ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਤਿੰਨਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਅਤੇ ਪਾਵਨ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਭਨਾਂ 'ਤੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਬਖਸ਼ਿਸ਼ ਕਿਰਪਾ ਉਦਮ ਸਦਕਾ ਸਾਨੂੰ ਇਹ ਸਮਾਂ ਗੁਰੂ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਨੂੰ, ਸ੍ਰੀ ਆਸਾ ਕੀ ਵਾਰ ਦੀ ਸ਼ਬਦ ਚੌਂਕੀ ਨੂੰ ਕੀਰਤਨ ਦੇ ਰੂਪ ਵਿੱਚ ਸਰਵਣ ਕਰਨ ਦਾ, ਉਪਰੰਤ ਇਸ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਕਥਾ ਨੂੰ, ਵਿਚਾਰਾਂ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਜਿੰਨੇ ਕੁ ਸਰੋਤਾ ਜਨ ਪਾਤਸ਼ਾਹ ਦੀ ਗੋਦ ਵਿੱਚ ਜੁੜ ਕੇ ਬੈਠੇ ਹਾਂ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ ਤਾਂ ਜੋ ਲੜੀਵਾਰ ਸ਼ਬਦ ਤਹਿਤ, ਵਿਚਾਰਾਂ ਤਹਿਤ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਸੁਨੇਹਾ ਦਿੰਦੇ ਨੇ, ਮੈਸੇਜ ਦਿੰਦੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਸ ਨੂੰ ਅਸੀਂ ਸਮਝ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਆਣ ਕੇ ਜਦੋਂ ਸਿਜਦਾ ਕਰਨਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਪਣੇ ਗੁਰੂ ਸਾਹਿਬਾਨ ਨੂੰ ਜਦੋਂ ਸਿਰ ਝੁਕਾਉਣਾ ਹੈ ਤੇ ਸਿਰ ਝੁਕਾਉਣ ਦੇ ਪਿੱਛੇ, ਹੈਡ ਡਾਊਨ ਕਰਨ ਦੇ ਪਿੱਛੇ ਉਸ ਦੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਭਾਵਨਾ, ਇੱਕ ਵਿਚਾਰ, ਇੱਕੋ ਹੀ ਚੀਜ਼ ਹੋਣੀ ਚਾਹੀਦੀ ਹੈ ਕਿ ਹੇ ਸਤਿਗੁਰੂ, ਤੁਹਾਡੇ ਅੱਗੇ ਮੈਂ ਸਿਜਦਾ ਕਰ ਰਿਹਾ, ਤੁਹਾਡੇ ਅੱਗੇ ਨਮਸਕਾਰ ਕਰ ਰਿਹਾ, ਕਿਰਪਾ ਕਰੋ, ਰਹਿਮਤ ਕਰੋ। ਜਿਹੜੀ ਮੇਰੇ ਵਾਲੀ ਮੱਤ ਹੈ ਇਹ ਤੁਸੀਂ ਰੱਖ ਲਓ, ਅਤੇ ਆਪਣੇ ਵਾਲੀ ਜਿਹੜੀ ਮੱਤ ਹੈ ਇਹ ਤੁਸੀਂ ਮੈਨੂੰ ਦੇ ਦਿਓ। ਮੱਥਾ ਟੇਕਣ ਦਾ ਮਤਲਬ ਹੀ ਹੈ, ਸਿਜਦਾ ਕਰਨ ਦਾ ਮਤਲਬ ਹੀ ਹੈ। ਤੁਸੀਂ ਵੇਖੋ, ਜਦੋਂ ਅਸੀਂ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾ ਦਿੱਤਾ, ਮਤਲਬ ਕੀ ਹੈ ਕਿ ਆਹ ਸਿਰ ਵਿੱਚ ਜੋ ਕੁਝ ਹੈ ਇਹ ਮੇਰਾ ਹੈ, ਇਹ ਮਹਾਰਾਜ ਤੁਸੀਂ ਰੱਖ ਲਓ, ਅਤੇ ਤੁਹਾਡੇ ਕੋਲ ਜੋ ਕੁਝ ਹੈ ਇਸ ਵੱਟੇ ਮੈਨੂੰ ਦੇ ਦਿਓ। ਤੁਸੀਂ ਵੇਖੋ, ਦੁਕਾਨ ਦੇ ਵਿੱਚ ਕੋਈ ਚੀਜ਼ ਆਪਾਂ ਲੈਂਦੇ ਹਾਂ, ਕੁਝ ਦੇਣਾ ਪੈਂਦਾ, ਵੱਟਾ ਸੱਟਾ ਹੁੰਦਾ ਹੈ। ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਇਹ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਉਹ ਗੁਰੂ ਕੋਲ ਆਵੇ ਤਾਂ ਇੱਕੋ ਚੀਜ਼ ਉਹਦੇ ਮਨ 'ਚ ਹੋਣੀ ਚਾਹੀਦੀ ਹੈ ਕਿ ਪਾਤਸ਼ਾਹ ਜੀ, ਇਹ ਮੱਤ ਮੈਂ ਇੱਥੇ ਛੱਡ ਜਾਣੀ ਹੈ, ਅਤੇ ਤੁਹਾਡੇ ਕੋਲੋਂ ਸੋਹਣੇ ਥਾਊਟ ਨੇ, ਸੋਹਣੇ ਵਿਚਾਰ ਨੇ, ਸੋਹਣੇ ਗੁਣਾਂ ਵਾਲੀ ਜਿਹੜੀ ਮੈਂਟੈਲਿਟੀ ਹੈ ਉਹ ਮੈਂ ਘਰ ਨੂੰ ਲੈ ਕੇ ਜਾਣੀ। ਤਾਂ ਹੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਆਖਦੇ ਨੇ, ਗੁਰ ਕੀ ਮੱਤ ਤੂੰ ਲੈ ਆਣੇ। ਜੇ ਤੇ ਸਰਦਾ ਹੋਵੇ ਤੇ ਸਰ ਸਕਦਾ। ਮਹਾਰਾਜ ਨੇ ਅਗਲੀ ਪੰਕਤੀ ਵਿੱਚ ਗੱਲ ਕਲੀਅਰ ਕਰ ਦਿੱਤੀ ਕਿ ਜੇ ਨਹੀਂ ਲਵੇਂਗਾ, ਜੇ ਹੋਰ ਕੁਝ ਭਾਵੇਂ ਮੰਗ ਲਵੇਂ, ਪਰ ਜੇ ਇਹ ਨਹੀਂ ਨਾਲ ਮੰਗਿਆ, ਗੁਰ ਕੀ ਮੱਤ ਤੂੰ ਲੈ ਆਣੇ, ਤੇ ਮਹਾਰਾਜ ਆਖਦੇ ਨੇ, ਭਗਤ ਬਿਨਾ ਬੋ ਡੁੱਬੇ ਸਿਆਣੇ। ਮਤਲਬ ਚੰਗੇ ਚੰਗੇ ਸਿਆਣੇ ਬੰਦੇ ਮਹਾਰਾਜ ਆਂਦੇ ਮੈਂ ਡੁੱਬਦੇ ਵੇਖੇ ਨੇ, ਜਿਨ੍ਹਾਂ ਕੋ ਬਾਕੀ ਸਭ ਕੁਝ ਸੀ ਪਰ ਇਹ ਨਹੀਂ ਸੀ ਉਹਨਾਂ ਕੋਲ।
ਤੁਸੀਂ ਵੀ ਵੇਖੇ ਹੋਣਗੇ, ਅਰਸ਼ਾਂ ਤੋਂ ਫਰਸ਼ਾਂ 'ਤੇ ਆਉਂਦੇ, ਬਹੁਤ ਵੇਖੇ ਹੋਣਗੇ। ਬੜਿਆਂ ਦਾ ਤੁਸੀਂ ਜੀਵਨ ਵੇਖਿਆ ਹੋਵੇਗਾ। ਮੱਤ ਬੜੀ ਮੈਟਰ ਕਰਦੀ ਹੈ ਜ਼ਿੰਦਗੀ ਵਿੱਚ। ਸਤ ਸੰਗਤ ਜੀ, ਮੱਤ ਤੋਂ ਅੱਗੇ ਚੱਲੀਏ। ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਤੇ ਮਹਾਰਾਜ ਕੋ ਪੁੱਛਣਾ ਪਊ, ਮਹਾਰਾਜ ਫਿਰ ਮੱਤ ਮਿਲੂਗੀ ਕਿਵੇਂ? ਕਿ ਤੁਹਾਡੇ ਵਾਲੀ ਅੰਦਰ ਆ ਜਾਵੇ, ਸਾਡੇ ਵਾਲੀ ਬਾਹਰ ਚਲੀ ਜਾਵੇ। ਦੋ ਹੀ ਗੱਲਾਂ ਨੇ ਸਤ ਸੰਗਤ ਜੀ। ਇੱਕ ਬਰਤਨ ਵਿੱਚ ਦੋ ਚੀਜ਼ਾਂ ਥੋੜ੍ਹਾ ਟਿਕ ਜਾਣਗੀਆਂ, ਜਾਂ ਤੇ ਸਾਡੀ ਟਿਕੂਗੀ ਜਾਂ ਤੇ ਗੁਰੂ ਦੀ ਟਿਕੂਗੀ। ਬਰਤਨ ਮਨ ਇੱਕ ਹੈ, ਦੋ ਵਸਤੂਆਂ ਵਸਤੂ ਅੰਦਰ ਵਸਤ ਸਮਾਵੇ ਦੇ ਜੁੱਦੀ ਹੋਵੇ ਪਾਸ ਹੈ। ਪਹਿਲਾਂ ਤੇ ਇਹ ਮਨ ਵਿੱਚ ਵਿਚਾਰ ਬਣਾ ਕੇ ਉਹਨੇ ਪੈਣਗੇ। ਜਿਵੇਂ ਘਰ ਦੇ ਵਿੱਚੋਂ ਅਸੀਂ ਗੁਰਦੁਆਰਾ ਮੰਨ ਲਓ ਕਿਤੇ ਵੀ ਜਾਂਦੇ ਹਾਂ, ਕਿਸੇ ਮਾਲ, ਕਿਸੇ ਸ਼ੋਪਿੰਗ, ਘਰ ਦੇ ਵਿੱਚੋਂ ਖਿਆਲ ਬਣਾ ਕੇ ਜਾਂਦੇ ਅਸੀਂ ਕੀ ਲੈਣ ਚੱਲੇ। ਊਂ ਤੇ ਕੋਈ ਘਰੋਂ ਬਾਹਰ ਨਹੀਂ ਨਿਕਲਦਾ। ਇਸੇ ਤਰ੍ਹਾਂ ਨਾਲ ਜਦੋਂ ਗੁਰਦੁਆਰਾ ਸਾਹਿਬ ਸਿੱਖ ਆਵੇ, ਇਨਸਾਨ ਆਵੇ, ਘਰ ਤੋਂ ਉਹਦੇ ਮਨ ਵਿੱਚ ਚੀਜ਼ ਹੋਣੀ ਚਾਹੀਦੀ, ਤਿਆਰੀ ਹੋਣੀ ਚਾਹੀਦੀ ਪਹਿਲਾਂ ਹੀ, ਕਿ ਮੈਂ ਕਿਸ ਵਾਸਤੇ ਮੇਰੇ ਆਪਣੇ ਪਾਤਸ਼ਾਹ ਕੋਲ ਚੱਲਾਂ ਤੇ ਕੀ ਲੈਣ ਚੱਲਾਂ। ਜਦੋਂ ਇਹ ਗੱਲ ਕਲੀਅਰ ਹੋ ਗਈ ਮੈਂ ਕਿਸ ਵਾਸਤੇ ਚੱਲਾਂ, ਫਿਰ ਇਹ ਵੀ ਕਲੀਅਰ ਹੋ ਜਾਊਗਾ ਕਿ ਮੈਂ ਕਿਸ ਵਾਸਤੇ ਚੱਲਾਂ, ਉਹ ਵਾਪਸ ਆਉਂਦਿਆਂ ਮੈਨੂੰ ਮਿਲਿਆ ਹੈ ਕਿ ਨਹੀਂ ਮਿਲਿਆ। ਜਦੋਂ ਤਿਆਰੀ ਕਰਕੇ ਨਹੀਂ ਨਾ ਆਇਆ ਹੋਵੇਗਾ ਕਿ ਮੈਂ ਲੈਣ ਕੀ ਚੱਲਿਆ, ਤੇ ਵਾਪਸ ਜਾਣ ਵਕਤ ਵੀ ਉਹਨੂੰ ਫਿਰ ਪਤਾ ਨਹੀਂ ਲੱਗਣਾ ਕਿ ਮੈਂ ਲੈ ਕੇ ਕੀ ਚੱਲਾਂ ਤੇ ਛੱਡ ਕੇ ਕੀ ਚੱਲਾਂ। ਸਟਾਰਟਿੰਗ ਪਹਿਲਾਂ ਤਿਆਰੀ ਦੀ ਹੈ। ਤੇ ਇਸ ਕਰਕੇ ਮਹਾਰਾਜ ਆਖਦੇ ਨੇ ਕਿ ਭਾਈ ਤੂੰ ਮੱਤ ਲੈਣੀ ਹੈ, ਆਪਣੇ ਗੁਰੂ ਕੋ ਮੱਤ ਲੈਣ ਆਉਣਾ। ਕਿਉਂ? ਕਿਉਂਕਿ ਤੇਰੀ ਮੱਤ ਥੋੜ੍ਹੀ ਹੈ, ਉਹਦੀ ਮੱਤ ਬਹੁਤ ਵੱਡੀ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਇਸ ਕਰਕੇ ਅੱਛਾ, ਮਹਾਰਾਜ ਕੋ ਪੁੱਛੀਏ ਪਾਤਸ਼ਾਹ ਜੀ, ਚਲੋ ਮੰਨ ਲਓ ਮੈਂ ਤਿਆਰੀ ਕਰਕੇ ਵੀ ਆ ਗਿਆ, ਮੈਂ ਘਰੋਂ ਤਿਆਰੀ ਕਰਕੇ ਆਇਆ ਕਿ ਪਾਤਸ਼ਾਹ ਤੁਹਾਡੇ ਅੱਗੇ ਸਿਰ ਝੁਕਾਵਾਂਗਾ। ਸਿਰ ਝੁਕਾਉਣ ਦਾ ਮਤਲਬ ਹੈ ਤੁਹਾਡੀ ਮੱਤ ਮੈਨੂੰ ਆ ਜਾਵੇ, ਮੇਰੀ ਮੱਤ ਤੁਸੀਂ ਰੱਖ ਲਓ, ਕਿਉਂਕਿ ਮੇਰੀ ਮੱਤ ਥੋੜ੍ਹੀ ਹੈ, ਤੁਹਾਡੀ ਮੱਤ ਉੱਚੀ ਹੈ। ਹੁਣ ਕਿਰਪਾ ਕਰਕੇ ਦੱਸੋ ਪਾਤਸ਼ਾਹ ਜੀ, ਇਹਦੇ ਵਾਸਤੇ ਮੈਨੂੰ ਐਫਰਟ, ਮੈਨੂੰ ਕਰਮ ਕੀ ਕਰਨੇ ਪੈਣਗੇ ਇਸ ਚੀਜ਼ ਵਾਸਤੇ ਕਿ ਤੁਹਾਡੀ ਮੱਤ ਅੰਦਰ ਆ ਜਾਵੇ, ਮੇਰੀ ਮੱਤ ਬਾਹਰ ਚਲੀ ਜਾਵੇ। ਸਜਦਾ ਤੇ ਕਰ ਲਿਆ, ਇਸ ਤੋਂ ਅੱਗੇ ਤੇ ਇਸ ਤੋਂ ਅੱਗੇ ਪੁੱਜ ਕੇ ਫਿਰ ਮਹਾਰਾਜ ਦੱਸਦੇ ਨੇ। ਧਿਆਨ ਨਾਲ ਸੁਣਨਾ ਸਾਧ ਸੰਗਤ ਜੀ, ਇਹ ਉਹ ਗੱਲਾਂ ਨੇ ਕਿ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਸਾਡੇ ਅੰਦਰ ਵਸਣ, ਗੁਰੂ ਸਾਹਿਬ ਸਾਡੇ ਅੰਦਰ ਹੋਣ, ਪਰ ਸਾਨੂੰ ਇੱਕ ਕਲੀਅਰ ਰਸਤਾ ਨਹੀਂ ਦਿਸ ਰਿਹਾ, ਇੱਕ ਸਾਫ਼ ਰਸਤਾ ਨਹੀਂ ਦਿਸ ਰਿਹਾ ਕਿ ਕਿੱਦਾਂ। ਕਹਿ ਤੇ ਹਰ ਕੋਈ ਰਿਹਾ, ਤੁਸੀਂ ਵੀ ਪੜ੍ਹਦੇ ਹੋ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ। ਸੁਖਮਨੀ ਸਾਹਿਬ ਸਾਨੂੰ ਯਾਦ ਹੈ, ਪਰ ਕਲੀਅਰ ਨਹੀਂ ਕਿੱਦਾਂ। ਸੋ ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋ ਪੁੱਛੀਏ, ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ, ਸਾਨੂੰ ਕਲੀਅਰ ਦੱਸੋ ਕਿ ਮਹਾਰਾਜ ਤੁਹਾਡੀ ਮੱਤ ਅੰਦਰ ਕਿਵੇਂ ਟਿਕਣੀ ਹੈ, ਜਿੱਥੇ ਗੱਲ ਹੀ ਖਤਮ ਹੋ ਜਾਵੇ, ਜਿੱਥੇ ਤੁਹਾਡੇ ਅਤੇ ਬੰਦੇ ਦੇ ਵਿੱਚ ਜਿਹੜਾ ਇੱਕ ਫਰਕ ਹੈ ਉਹ ਵੀ ਮਿਟ ਜਾਵੇ। ਕਿਵੇਂ? ਤੇ ਮਹਾਰਾਜ ਆਖਦੇ ਨੇ, ਕਹਿੰਦੇ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਪਹਿਲੀ ਨਿਸ਼ਾਨੀ ਇਹ ਹੈ ਕਿ ਕਿਉਂ ਕਹਿ ਰਹੇ ਨੇ ਕਿ ਗੁਰੂ ਦੀ ਮੱਤ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਕਹਿੰਦੇ ਉਹਦਾ ਕਾਰਨ ਇਹ ਹੈ ਕਿ ਜਦੋਂ ਗੁਰੂ ਦੀ ਮੱਤ ਤੁਹਾਡੇ ਅੰਦਰ ਆ ਜਾਂਦੀ ਹੈ ਤੇ ਤੁਸੀਂ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ, ਗੁਰੂ ਦੇ ਵਿੱਚ ਮਿਲ ਜਾਂਦੇ। ਇਸ ਕਰਕੇ ਹੈ ਕਿ ਗੁਰੂ ਦੀ ਮੱਤ ਲੈਣੀ ਕਿਉਂ ਜ਼ਰੂਰੀ। ਜਦੋਂ ਗੁਰੂ ਦੀ ਮੱਤ ਆ ਜਾਂਦੀ ਹੈ ਤੇ ਤੂੰ ਪਹਿਲੇ ਵਾਲਾ ਨਹੀਂ ਰਹਿੰਦਾ, ਤੂੰ ਉਹ ਪਹਿਲੇ ਵਾਲਾ ਸਭ ਕੁਝ ਛੱਡ ਦੇਣਾ, ਤੂੰ ਗੁਰੂ ਰੂਪ ਹੋ ਜਾਣਾ। ਤੇਰੇ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਮਹਾਰਾਜ ਕਿੱਦਾਂ ਆਵੇ ਫਿਰ? ਇਹ ਬਾਣੀ ਜੋ ਜੀਓ ਜਾਣੇ, ਇਸ ਤਰੀਕੇ ਨਾਲ ਆਉਣੀ ਹੈ। ਕਲੀਅਰ ਸਰ ਸੰਗਤ ਜੀ ਸਵਾਲ ਦਾ ਜਵਾਬ? ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਗੁਰ ਕੀ ਮਤੁ ਲੈ ਆਣੇ, ਸੋ ਸਤਿਗੁਰੂ ਮਾਹੇ ਸਮਾਨਾ। ਕਿਸ ਤਰੀਕੇ ਨਾਲ ਆਵੇ? ਇਹ ਬਾਣੀ ਜੋ ਜੀਓ ਜਾਣੇ, ਜਾਣਦਾ ਤੇ ਹੈ, ਪਹਿਚਾਣਦਾ ਤੇ ਹੈ, ਪਰ ਦਿਲ ਦੀਆਂ ਗਹਿਰਾਈਆਂ ਤੋਂ ਹਾਲੀ ਉਹ ਪਿਆਰ ਨਹੀਂ ਬਣਿਆ,
ਜੀਓ ਜਾਣੇ ਦੀ ਗੱਲ ਆਖੀ, ਅੰਦਰੋਂ ਜਾਣਨ ਦੀ ਗੱਲ ਆਖੀ, ਬਾਹਰੋਂ ਨਹੀਂ। ਬਾਹਰੋਂ ਸਾਧ ਸੰਗਤ ਜੀ ਬੜੇ ਬੜੇ ਸਕਾਲਰ ਨੇ, ਬਹੁਤ ਐਸੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਕੰਠ ਹੈ, ਬੜੀਆਂ ਬੜੀਆਂ ਬਾਣੀਆਂ ਮੂੰਹ ਜ਼ਬਾਨੀ ਕੰਠ ਨੇ, ਉਹਨਾਂ ਨੂੰ ਬੰਤਰ ਹਰ ਇੱਕ ਚੀਜ਼ ਪਤਾ ਹੈ, ਪਰ ਉਹ ਕੇਵਲ ਵਿਚਾਰ ਚਰਚਾ ਦਾ, ਕੇਵਲ ਸੈਮੀਨਾਰਾਂ ਦਾ, ਕੇਵਲ ਪ੍ਰਵਚਨਾਂ ਦਾ ਜ਼ਰੀਆ ਤੇ ਹੋ ਸਕਦਾ, ਪਰ ਜੀਓ ਜਾਣੇ ਦੀ ਜਿਹੜੀ ਗੱਲ ਹੈ ਨਾ, ਉਹਦੇ ਵਾਸਤੇ ਜ਼ਿਆਦਾ ਕੰਠ ਹੋਣ ਦੀ ਲੋੜ ਨਹੀਂ ਹੈ। ਉਹਦੇ ਵਾਸਤੇ ਥੋੜ੍ਹਾ ਜਿਹਾ ਵੀ ਕੰਠ ਹੋ ਗਿਆ, ਪਰ ਉਹ ਅੰਦਰ ਵਸਣ ਦੀ ਗੱਲ ਹੈ। ਜਿਹਨੂੰ ਬਾਣੀ ਆਖਦੀ ਹੈ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਇਹ ਹੈ ਸਾਧ ਸੰਗਤ ਜੀ, ਹੈ ਥੋੜ੍ਹਾ, ਬਹੁਤ ਥੋੜ੍ਹਾ, ਪਰ ਉਹ ਕਿਤੇ ਨਾ ਕਿਤੇ ਅਸਰ ਕਰ ਰਿਹਾ, ਕਿਤੇ ਨਾ ਕਿਤੇ ਰੰਗ ਵਿਖਾ ਰਿਹਾ। ਤੇ ਮਹਾਰਾਜ ਆਖਦੇ ਨੇ ਕਿ ਭਾਈ ਇਹ ਬਾਣੀ ਜੋ ਜੀਓ ਜਾਣੇ, ਜਦੋਂ ਬਾਣੀ ਅੰਦਰੋਂ ਜਾਣੇਗਾ ਆਪਣੇ ਦਿਲ ਤੋਂ, ਅੰਦਰੋਂ ਤੂੰ ਬਾਣੀ ਨੂੰ ਸਮਰਪਿਤ ਹੋ ਜਾਵੇਗਾ, ਸਰੈਂਡਰ ਹੋ ਜਾਵੇਗਾ। ਇਹ ਬਾਣੀ ਜੋ ਜੀਓ ਜਾਣੇ ਜਿਸ ਅੰਤਰ ਰਵੇ ਹਰ ਨਾਮਾ, ਉਹਦੇ ਅੰਦਰ ਫਿਰ ਨਾਮ ਦੀ ਜਿਹੜੀ ਲੋ ਹੈ, ਉਹ ਇੱਕ ਰਸ ਫਿਰ ਤੁਰਨ ਲੱਗ ਪੈਂਦੀ ਹੈ, ਵਹਿਣ ਲੱਗ ਪੈਂਦੀ ਹੈ। ਇਸ ਕਰਕੇ ਮੱਤ ਲੈਣੀ ਤੇ ਆਪਣੀ ਮੱਤ ਛੱਡਣੀ, ਇਹ ਕਲੀਅਰ ਹੈ ਕਿ ਕਿਉਂ ਹੈ। ਇੱਕ ਬੜਾ ਸੋਹਣਾ ਭੱਟਾਂ ਦਾ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਸਵਈਆ ਆਉਂਦਾ ਹੈ, ਕਮਾਲ ਕੀਤੀ ਹੈ, ਗੁਰ ਕੀ ਮੱਤ ਤੇ ਸਾਡੀ ਮੱਤ। ਉਹ ਕਹਿੰਦੇ ਨੇ ਕਿ ਪਾਤਸ਼ਾਹ ਜੀ, ਸਾਡੇ ਕੋਲ ਜਦੋਂ ਆਪਣੀ ਮੱਤ ਸੀ ਨਾ, ਆਪਣੀ ਹੈ ਸੀ ਸਾਡੀ, ਪਰ ਇਸ ਮੱਤ ਨੇ ਸਾਨੂੰ ਕਿਤੇ ਪਹੁੰਚਾਇਆ ਨਹੀਂ, ਆਊਟਪੁੱਟ ਚੰਗੀ ਨਹੀਂ ਦਿੱਤੀ, ਕਿਸੇ ਜਗ੍ਹਾ ਤੇ ਲੈ ਕੇ ਨਹੀਂ ਗਈ। ਇਹਨੇ ਪੈਰ ਪੈਰ ਤੇ ਸਾਨੂੰ ਸ਼ਰਮਿੰਦਾ ਕਰਵਾਇਆ, ਇਹਨੇ ਪੈਰ ਪੈਰ ਤੇ ਸਾਨੂੰ ਝੂਠ ਬੋਲਣ ਲਈ ਮਜਬੂਰ ਕੀਤਾ, ਇਹਨੇ ਪੈਰ ਪੈਰ ਤੇ ਸਾਨੂੰ ਸਮਝੌਤੇ ਕਰਨ ਲਈ ਮਜਬੂਰ ਕੀਤਾ, ਬੜਾ ਕੁਝ ਕਰਾਇਆ। ਪਰ ਜਦੋਂ ਤੁਹਾਡੀ ਮੱਤ ਸਾਡੇ ਅੰਦਰ ਆ ਗਈ ਨਾ ਪਾਤਸ਼ਾਹ ਜੀ, ਹੁਣ ਕਹਿਣ ਕਥਨ ਤੋਂ ਬਾਹਰੀ ਗੱਲ ਹੋ ਗਈ ਕਿ ਅਸੀਂ ਕਿੱਦਾਂ ਤੋਂ ਕੀ ਹੋ ਗਏ। ਪਹਿਲਾਂ ਬੜਾ ਔਖਾ ਸੀ। ਲਫ਼ਜ਼ ਹੈ ਕਮਾਲ ਦੇ ਵਰਤੇ ਭੱਟਾਂ ਨੇ, ਕਹਿੰਦੇ ਕੱਚੋ ਕੰਚਨ ਭਇਓ। ਕੱਚੋ ਦਾ ਮਤਲਬ ਹੈ ਕੱਚ, ਕੰਚਨ ਦਾ ਮਤਲਬ ਹੈ ਸੋਨਾ, ਗੋਲਡ। ਕੱਚੋ ਕੰਚਨ ਭਇਓ, ਕਹਿੰਦੇ ਗੁਰੂ ਸਾਹਿਬ ਜੀ ਤੁਹਾਡੇ ਨਾਲੋਂ ਪਹਿਲਾਂ ਮਿਲਣ ਤੋਂ, ਤੁਹਾਡੇ ਨਾਲ ਮਿਲਣ ਤੋਂ ਪਹਿਲਾਂ ਅਸੀਂ ਭਲਾ ਕਿੱਦਾਂ ਦੇ ਸੀ ਮਹਾਰਾਜ? ਕੱਚ ਵਰਗੇ ਸੀ ਅਸੀਂ, ਕੱਚ ਵਰਗੇ। ਤੁਹਾਡੇ ਮਿਲਣ ਤੋਂ ਪਹਿਲਾਂ, ਇਹ ਭੱਟ ਕਹਿ ਰਹੇ ਨੇ, ਖੁਦ ਆਪਣੀ ਗਵਾਹੀ ਦਿੰਦੇ ਨੇ ਬਾਣੀ ਵਿੱਚ। ਕੱਚੋ ਪਹਿਲਾਂ ਕੱਚ ਸੀ, ਕੰਚਨ ਭਇਓ, ਮਹਾਰਾਜ ਹੁਣ ਸੋਹਣੇ ਹੋ ਗਏ, ਹੁਣ ਸੋਹਣੇ ਵਰਗੇ ਬਣ ਗਏ। ਭੱਟ ਸਾਹਿਬਾਨ ਜੀ ਕਿਰਪਾ ਕਰਕੇ ਸਾਰੀ ਸੰਗਤ ਨੂੰ ਦੱਸੋ ਕਿੱਦਾਂ ਤੁਸੀਂ ਸੋਹਣੇ ਵਰਗੇ ਬਣੇ, ਕੱਚ ਤੋਂ ਸੋਨਾ? ਕਿਉਂਕਿ ਵੈਲਿਊ ਹੈ ਦੋਨਾਂ ਦੀ। ਹੁਣ ਤੁਸੀਂ ਵੇਖੋ ਕੱਚ ਤੇ ਸੋਨੇ ਵਿੱਚ ਫਰਕ ਵੇਖੋ ਕਿੰਨਾ। ਘਰ ਦੇ ਵਿੱਚ ਤੁਸੀਂ ਕੱਚ ਦੀ ਕੋਈ ਚੀਜ਼ ਲੈ ਕੇ ਆਓ, ਕੋਈ ਬਰਤਨ ਲੈ ਕੇ ਆਓ, ਭਾਵੇਂ ਮਹਿੰਗਾ ਕਰੋਕਰੀ ਦਾ ਸਮਾਨ ਹੋਵੇ, ਕੋਈ ਵੀ ਹੋਵੇ, ਕਿੰਨੀਆਂ ਕੱਚ ਦੀਆਂ ਤੁਸੀਂ ਵੇਖੋ ਘਰ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ, ਕਿੰਨੇ ਕਿੰਨੇ ਮਹਿੰਗੇ ਕੱਚ ਦੇ ਹੁੰਦੇ। ਜਦੋਂ ਤੁਸੀਂ ਕੱਚ ਦਾ ਸਮਾਨ, ਕੋਈ ਵੀ ਕੱਚ ਦਾ ਕੋਈ ਵੀ ਚੀਜ਼ ਘਰ ਵਿੱਚ ਲੈ ਕੇ ਆਉਂਦੇ ਹੋ, ਉਨੇ ਚਿਰ ਤੱਕ ਤੇ ਕੀਮਤ ਹੈ ਜਦੋਂ ਤੱਕ ਉਹ ਦੁਕਾਨ ਤੇ ਹੈ ਉਹਨਾਂ ਦੀ। ਪਰ ਕੱਚ ਇੰਨੀ ਨਾਜ਼ੁਕ ਦੀ ਚੀਜ਼ ਹੈ, ਉਹਦੀ ਗਰੰਟੀ ਕੋਈ ਨਹੀਂ। ਮੈਨੂੰ ਦੱਸ ਦਿਓ ਕਿਸੇ ਨੇ ਗਰੰਟੀ, ਕਿਸੇ ਚੀਜ਼ ਦੀ ਗਰੰਟੀ ਹੁੰਦੀ? ਗੱਡੀ ਲੈ ਲਓ ਉਹਦੀ ਹੁੰਦੀ, ਫ੍ਰਿਜ ਲੈ ਲਓ ਉਹਦੀ ਹੁੰਦੀ, ਇਹਦੀ ਗਰੰਟੀ ਕੋਈ ਨਹੀਂ ਹੁੰਦੀ। ਕੱਚ ਦੀ ਕੋਈ ਗਰੰਟੀ ਨਹੀਂ ਦਿੰਦਾ। ਕੱਚ ਇਸੇ ਕਰਕੇ ਕੱਚ ਆਖਿਆ ਜਾਂਦਾ ਕਿ ਇਹਦੀ ਕੋਈ ਗਰੰਟੀ ਨਹੀਂ ਹੈ। ਬਾਕੀ ਚੀਜ਼ਾਂ ਦੀ ਤੁਹਾਨੂੰ ਗਰੰਟੀ ਦਿੰਦਾ ਹਰ ਕੋਈ। ਇੱਕ ਦਵਾਈ ਲਓ, ਉਹਦੀ ਵੀ ਐਕਸਪਾਇਰ ਡੇਟ ਲਿਖੀ ਹੁੰਦੀ ਕਿ ਇੰਨੇ ਚਿਰ ਤੱਕ ਤੁਸੀਂ ਵਰਤ ਸਕਦੇ ਹੋ, ਇਹਦੀ ਕੋਈ ਨਹੀਂ ਹੈ। ਇਹ ਜਿਉਂ ਹੀ ਦੁਕਾਨ ਤੋਂ ਬਾਹਰ ਨਿਕਲਿਆ ਕੋਈ ਵਾਲੀ ਵਾਰਸ ਨਹੀਂ ਇਹਦਾ, ਕਿਉਂਕਿ ਟੁੱਟ ਜਾਂਦਾ। ਹੁਣ ਕੱਚ ਦੀ ਸਾਧ ਸੰਗਤ ਜੀ ਚੀਜ਼ ਮਹਿੰਗੀ ਤੋਂ ਮਹਿੰਗੀ, ਸੋਹਣੇ ਡਿਜ਼ਾਈਨ ਵਾਲੀ 1000 ਦੇ ਵਿੱਚ ਤੁਹਾਨੂੰ ਮਿਲੇ, ਦੁਕਾਨ ਤੋਂ ਨਿਕਲਦਿਆਂ ਸਾਰੀ ਪਹਿਲਾਂ ਉਹਦੀ ਕੀਮਤ ਖਤਮ ਹੋ ਜਾਂਦੀ, ਗਰੰਟੀ ਵੀ ਗਈ।
पर जदों लिया के घर विच वो चीज़ मान लो जावे टुट तिड़क जावे, ईमानदारी नाल दस्सिओ साध संगत जी, वो चीज़ जुड़दी है दोबारा? जुड़ सकदी? एक तो पहले ही उन्हें गारंटी खत्म कर ली, दूजी जदों टुट जावे कुछ भी ना रहा। पर सोने नाल इदां नहीं हुंदा, तुसीं ध्यान देना। सोना जदों खरीदिया जाता है उहदी गारंटी हुंदी है, उहदी मोहर लगदी है। अच्छा, जदों सोना खरीदिया जाता है, खरीदण तो बाद ईमानदारी नाल दस्सिओ उहदी वैल्यू गवाचदी है, उहदी वैल्यू उत्थे रहिंदी है। हो सकदा कल नूं हुण जिवें सोने का रेट डिग्गा, कल नूं वध सकदा। ਇਹਦੇ ਉੱਤੇ ਕੱਚ ਵਰਗਾ ਪ੍ਰਭਾਵ ਨਹੀਂ ਕਿ ਕੱਚ ਜਿਵੇਂ ਖਰੀਦਿਆ ਤੇ ਉਸੇ ਵੇਲੇ ਹੀ ਦੁਕਾਨ ਤੋਂ ਬਾਹਰ ਨਿਕਲਦਿਆਂ ਗਾਰੰਟੀ ਖਤਮ। ਇੱਥੇ ਨਹੀਂ ਹੈ। ਇੱਥੇ ਭਾਵੇਂ 20 ਸਾਲ ਬੰਦਾ ਇਹਨੂੰ ਸਾਂਭ ਕੇ ਰੱਖੇ, ਇਹਦੀ ਗਾਰੰਟੀ ਨਾਲ ਨਾਲ ਚੱਲਦੀ, ਕਿਉਂਕਿ ਸੋਹਣਾ ਹੈ। ਇੱਕ ਤੇ ਦੂਜੀ ਬੇਨਤੀ ਕਰਾਂ ਕਿ ਜਦੋਂ ਸਾਧ ਸੰਗਤ ਜੀ ਸੋਨਾ ਟੁੱਟ ਜਾਂਦਾ ਹੈ, ਮੰਨ ਲਓ ਕੋਈ ਮੁੰਦਰੀ ਟੁੱਟ ਜਾਂਦੀ ਹੈ, ਕੋਈ ਛਾਪ ਟੁੱਟ ਜਾਂਦੀ ਹੈ, ਕੋਈ ਚੂੜੀ ਟੁੱਟ ਜਾਂਦੀ, ਕੋਈ ਗਲ ਦੀ ਚੈਨੀ ਟੁੱਟ ਜਾਂਦੀ ਹੈ, कि टुटन तो बाद भी सोने की कीमत गवाच जाती जिमें कच की गवाचती? नहीं, उसकी कीमत फिर उत्थे रहिंदी। कच टुट गया तो उसकी कीमत ही नहीं, पर सोना टुट भी जाता है ना, उसकी कीमत नहीं गवाचती। इस करके वो सोना है, इस करके वो गोल्ड है। ਉਹਦੇ तो भावें जो मर्जी बना लो, जे टुट गई है चीज़, डिजाइन खराब हो गया, तुसीं चूड़ी बना लो, जो मर्जी बना लो। पट साहिबाना ने कमाल की है, कहते पातशाह जी जदों ਤੁਹਾਨੂੰ नहीं सी मिले, साडा जीवन कच वर्गा सी, कोई गारंटी नहीं, कोई वैल्यू ही नहीं। कदी किते टुटदे सी, कदी किते टुटदे सी, कदी किते जाके टुट जाते सी, कदी किते एवें ही टुट्टी जा रहे सी। पर पातशाह हुण तुहानूं मिल के सोने वर्गे बन गए। हुण जे शरीर का ठीकरा भी भजदा है ना, वो भी किते लेखे लगदा है, उहदी भी कीमत पैंदी है। ਹੁਣ ਜੇ ਸਰੀਰ ਦਾ ਠੀਕਰਾ ਭਜਦਾ ਏ, ਉਹਦੀ ਵੀ ਕੋਈ ਵੈਲਿਊ ਹੁੰਦੀ। ਅੱਗੇ ਨਹੀਂ ਸੀ, ਕਿੰਨੇ ਸਾਧ ਸੰਗਤ ਜੀ ਦੁਨੀਆ ਤੇ ਬੰਦੇ ਆਏ, ਕਿੰਨੇ ਚਲੇ ਗਏ, ਕੋਈ ਵੈਲਿਊ ਹੈ? ਕੋਈ ਨਹੀਂ। ਪਰ ਜਦੋਂ ਸੋਨਾ ਟੁੱਟਦਾ ਹੈ ਨਾ, ਭਾਵ ਜਿਹਦੇ ਅੰਦਰ ਗੁਰੂ ਦੀ ਮੱਤ ਹੈ, ਜਿਹੜਾ ਗੁਰੂ ਨੂੰ ਮਿਲ ਗਿਆ ਹੈ, ਉਹਦੀ ਵੈਲਿਊ ਪੈਂਦੀ ਹੈ। ਉਹਦੇ ਵਾਸਤੇ ਇਹ ਚੀਜ਼ ਨਹੀਂ ਹੈ ਕਿ ਉਹ ਵੈਲਿਊ ਗਵਾ। ਤਾਂ ਬਚਨ ਵਰਤਿਆ, ਕਹਿੰਦੇ ਕੱਚੋ ਕੰਚਨ ਭਇਓ। ਕਿੱਦਾਂ ਤੁਸੀਂ ਸੋਨੇ ਵਰਗੇ ਬਣੇ? शब्द गुर सरवणे सुनियो। गुरु दे शब्द नूं कन्नां राहीं सुनिया तां बने सोने। असीं इधरों सुनिया, इधरों कढ नहीं दिता, होल्ड कर लिया, उस चीज़ नूं पकड़ के रख लिया कि नहीं महाराज तुहाडा उपदेश बड़ा कीमती है। जे एक कच्चियां तो सोने वर्गा जीवन बना सकदा, भट्ट साहिबान खुद गवाही दे रहे हैं। ईमानदारी ने दसो, जिन्ने असीं पातशाह की गोद विच बैठे हाँ, कि सानू नहीं लगता कि महाराज वाकई तुहाडा उपदेश इन्ना उच्चा सुच्चा है। कोई यकीन ते करके वेखे, कोई भरोसा ते करके वेखे। एक बेनती होर करां साध संगत जी, भट्ट मामूली बंदे नहीं सी जिन्हां दी गवाहियां बाणी च दर्ज ने। ये साडे वर्गे बंदे नहीं सी, आम स्कॉलर नहीं सी। वो पूरी दुनिया का इन्हां ने भ्रमण किया सी, पूरी दुनिया के इन्हां ने ग्रंथ पढ़े ने, स्टडी की है, थां थां दे लोकां दे नाल इन्हां दी विचार चर्चा हुई है, डिबेट हुई है। दुनिया का इन्हां को ज्ञान है, दुनिया का इन्हां को तजर्बा सी, मामूली बंदे नहीं सी। ते जदों धन श्री गुरु अमरदास महाराज जी को चल के आए ना, बाणी च फिर गवाही दी उन्होंने, सुनियो ध्यान नाल। ਐਵੇਂ ਕੱਚ ਤੋਂ ਸੋਨੇ ਵਰਗੇ ਐਵੇਂ ਨਹੀਂ ਸਹਿਜ ਸੁਭਾਏ ਕਹਿ ਦਿੱਤਾ, ਉਹਨਾਂ ਨੇ ਵੇਖ ਕੇ ਆਖਿਆ ਕੁਝ ਕਿ ਬਣ ਗਏ ਮਹਾਰਾਜ। ਪਹਿਲਾਂ ਨਹੀਂ ਸੀ, ਭਾਵੇਂ ਪਹਿਲਾਂ ਇਹ ਤੋਂ ਇਲਾਵਾ ਬੜਾ ਕੁਝ ਸੀ ਸਾਡੇ ਕੋਲ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟ ਆਖਦੇ ਨੇ, ਕਹਿੰਦੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਮਹਾਰਾਜ ਬੜੇ ਲੱਭਦੇ ਰਹੇ। ਇਹ ਆਪ ਕਹਿ ਰਹੇ ਨੇ ਖੁਦ ਭੱਟ ਸਾਹਿਬਾਨ, ਤੁਹਾਡੇ ਤੋਂ ਪਹਿਲਾਂ। ਕਦੀ ਕਿਸੇ ਕੋ ਬੈਠੇ शांति लैण वास्ते, कदी किसी को बैठे आत्म ज्ञान लैण वास्ते, कदी किसी को बैठे रूहानियत दीयां गल्लां लैण वास्ते, लब्भा कोई नहीं। रहयो संत हो टोल, साध बहु तेरे डिठे। बड़े साध वेखे, बड़े साध बाबे फुल फुल मार छड्डे। रहयो संत हो टोल, साध बहु तेरे डिठे। सन्यासी तपस्सी है, मुखों यह पंडित मिठे। की सन्यासी
ਪਰੇ ਤੋਂ ਪਰੇ ਦਾ ਸੰਨਿਆਸੀ ਜਿਹੜਾ ਕਹਿੰਦਾ ਘਰ ਬੜ ਛੱਡਿਆ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਬੈਠਾ, ਉਹਦੇ ਨਾਲ ਵੀ ਮਹਾਰਾਜ ਡਿਬੇਟ ਕੀਤੀ, ਉਹਦੇ ਨਾਲ ਵੀ ਚਰਚਾ ਕੀਤੀ, ਲੱਭਾ ਕੋਈ ਨਹੀਂ। ਸੰਨਿਆਸੀ ਤਪੱਸੀਆਂ, ਵੱਡੇ ਵੱਡੇ ਤਪਸਵੀ ਖਵਾਉਣ ਵਾਲੇ, ਪਰ ਜਦੋਂ ਇਸ ਜਗ੍ਹਾ ਤੇ ਆਏ ਖਾਲੀ ਦਿਸੇ। ਸੰਨਿਆਸੀ ਤਪੱਸੀਆਂ ਮੁਖੋਂ ਇਹ ਪੰਡਤ ਮਿੱਠੇ, ਜ਼ੁਬਾਨ ਤੇ ਜੋ ਹੈ ਜੀਵਨ ਵਿੱਚ ਇਹਨਾਂ ਦੇ ਕੁਝ ਨਹੀਂ ਵੇਖਿਆ ਸੀ। ਜ਼ੁਬਾਨ ਤੇ ਇਹਨਾਂ ਦੀ ਗੁੜ ਨਾਲੋਂ ਵੀ ਮਿੱਠੀ, ਸ਼ਹਿਦ ਨਾਲੋਂ ਵੀ ਮਿੱਠੀ, ਪਰ ਜੀਵਨ ਵਿੱਚ ਕੋਈ ਮਿੱਠਾਪਣ ਇਹਨਾਂ ਦੇ ਨਜ਼ਰ ਨਹੀਂ ਆਇਆ। ਉੱਦਾਂ ਸੰਨਿਆਸੀ ਵੀ ਹੈ, ਉੱਦਾਂ ਤਪਸਵੀ ਵੀ ਹੈ, ਉੱਦਾਂ ਸਾਧ ਵੀ ਹੈ, ਪਰ ਮਨ ਸਾਧਨ ਦੀ ਬੜੀ ਦੂਰ ਦੀ ਗੱਲ ਹੈ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਤ ਮਿੱਠੇ। ਭੱਟ ਸਾਹਿਬਾਨ ਜੀ ਕਿਰਪਾ ਕਰਕੇ ਦੱਸੋ ਕਿੰਨਾ ਕੁ ਚਿਰ ਤੁਹਾਨੂੰ ਲੱਗਾ ਇਹ ਲੱਭਦਿਆਂ ਨੂੰ? ਕਿੰਨਾ ਸਮਾਂ ਲੱਗਾ ਤੁਹਾਨੂੰ ਇਹ ਰੂਹਾਨੀਅਤ, ਸ਼ਾਂਤੀ, ਆਤਮ ਗਿਆਨ ਦੀ ਪ੍ਰਾਪਤੀ ਲੱਭਦੇ ਫਿਰਦੇ ਸੀ? ਕਿੰਨਾ ਸਮਾਂ ਲੱਗਾ ਇਹ ਸਾਰਾ ਕੁਝ ਵੇਖਣ ਤੇ? ਬਰਸ ਏਕ ਹਉ ਫਿਰਿਓ। ਗੁਰੂ ਅਮਰਦਾਸ ਮਹਾਰਾਜ, ਇਹ ਭੱਟ ਭਿੱਖਾ ਜੀ ਗੁਰੂ ਅਮਰਦਾਸ ਕੋ ਜਦੋਂ ਚੱਲ ਕੇ ਆਏ ਸੀ ਉਹਦੀ ਗੱਲ ਕਰ ਰਹੇ ਨੇ। ਗੁਰੂ ਅਮਰਦਾਸ ਮਹਾਰਾਜ 1 ਸਾਲ ਹੋ ਗਿਆ ਸਾਨੂੰ ਲੱਭਦੇ ਨੂੰ, 1 ਸਾਲ, ਕਿ ਕੋਈ ਮਿਲੇ ਤੇ ਸਹੀ। ਬਰਸ ਏਕ ਹਉ ਫਿਰਿਓ, ਕਿਨੇ ਨਾ ਪਰਚੋਂ ਲਾਇਓ। ਪਰਚੋ ਕਹਿੰਦੇ ਨੇ ਤਸੱਲੀ ਕਰਾਉਣੀ। ਕਿਸੇ ਨੇ ਮਹਾਰਾਜ ਤਸੱਲੀ ਨਹੀਂ ਅੰਦਰ ਦੀ ਕਰਾਈ, ਕਿ ਜਿਹੜੇ ਜਿਹੜੇ ਸਾਡੇ ਸਵਾਲ ਸੀ, ਜਿਹੜੀਆਂ ਜਿਹੜੀਆਂ ਸਾਡੀਆਂ ਗੱਲਾਂ ਸੀ, ਅੱਜ ਤੱਕ ਤਸੱਲੀ ਨਹੀਂ ਕਰਾ ਸਕੇ, ਕਿਉਂਕਿ ਉਹ ਆਪ ਕੱਚੇ ਸੀ। ਬਰਸ ਏਕ ਹਉ ਫਿਰਿਓ, ਕਿਨੈ ਨਾ ਪਰਚੋਂ ਲਾਇਓ, ਕਹਿਤਿਆਂ ਕਹਿਤੀ ਸੁਣੀ। ਬੜਿਆਂ ਨੂੰ ਸੁਣਿਆ ਕਿ ਉਹ ਵੀ ਬੜਾ ਵੱਡਾ, ਉਹ ਵੀ ਬੜਾ ਵੱਡਾ, ਗਏ ਰਹਿਤ ਕੋ ਖੁਸ਼ੀ ਨਾ ਆਇਓ। ਪਰ ਜਦੋਂ ਜ਼ਿੰਦਗੀ ਦੇ ਉਹਨਾਂ ਦੇ ਵਿਹਾਰ ਵੇਖਿਆ, ਰਹਿਤ ਵੇਖੀ, ਉੱਥੇ ਮਹਾਰਾਜ ਸੱਚ ਨਾ ਦਿਸਿਆ। ਉੱਥੇ ਕਹਿ ਕੁਝ ਹੋ ਰਹੇ ਨੇ, ਕਮਾ ਕੁਝ ਹੋ ਰਹੇ ਨੇ। 1 ਸਾਲ, ਵੈਸੇ ਸਾਧ ਸੰਗਤ ਜੀ ਬੰਦੇ ਨੇ ਲੱਭਣਾ ਹੋਵੇ ਨਾ ਗੁਰੂ ਸੱਚੀ ਦਿਲੋਂ ਭੱਟਾ ਵਾਂਗੂ, ਉਹਦੇ ਵਾਸਤੇ ਸਾਲ ਹੀ ਬੜਾ, ਸਾਰੀ ਉਮਰ ਦੀ ਲੋੜ ਨਹੀਂ। ਉਹ ਕਹਿੰਦੇ 1 ਸਾਲ ਮਹਾਰਾਜ ਲੱਭਦਿਆਂ ਨੂੰ ਹੋ ਗਿਆ, ਪਰ ਕਿਸੇ ਨੇ ਗੱਲ ਨਹੀਂ ਬਣਾਈ, ਕਿਸੇ ਨੇ ਅੰਦਰ ਨੂੰ ਠੰਡ ਪਾਉਣ ਵਾਲੀਆਂ ਗੱਲਾਂ ਨਹੀਂ ਸੁਣਾਈਆਂ, ਕਿ ਜਿੱਥੇ ਆਣ ਕੇ ਇਹ ਮਹਿਸੂਸ ਹੋਵੇ ਕਿ ਹੁਣ ਇਸ ਤੋਂ ਅੱਗੇ ਜਾਣ ਦੀ ਲੋੜ ਹੀ ਕੋਈ ਨਹੀਂ, ਹੈ ਹੀ ਨਹੀਂ ਕੋਈ। ਪਰ ਤੁਹਾਨੂੰ ਮਿਲ ਕੇ ਅੱਜ ਨਜ਼ਰ ਆਇਆ, ਤੁਹਾਨੂੰ ਮਿਲ ਕੇ ਕੱਚੋ ਕੰਚਨ ਪਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਗੁਰ ਮੁਖ ਤੇ ਭਣਿਓ। ਯੈਰ ਵਰਗੇ ਸੀ ਮਹਾਰਾਜ ਪਹਿਲਾਂ, ਯੈਰ ਵਰਗੇ ਤੁਹਾਡੇ ਤੋਂ ਪਹਿਲਾਂ, ਪਰ ਜਦੋਂ ਤੁਹਾਨੂੰ ਮਿਲੇ ਅੰਮ੍ਰਿਤ ਵਾਲੀ ਜੀਵਨ ਹੋ ਗਿਆ। ਅੰਮ੍ਰਿਤ ਸਮਝਦੇ ਹੋ? ਯੈਰ ਬੰਦੇ ਨੂੰ ਮਾਰਦਾ ਏ, ਅੰਮ੍ਰਿਤ ਬੰਦੇ ਨੂੰ ਜੀਦਾਂ ਦਿੰਦਾ ਹੈ। ਯੈਰ ਵਰਗੇ ਸੀ ਮਹਾਰਾਜ। ਕੋਈ ਬੰਦਾ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰਦਾ, ਐਵੇਂ ਬੈਠੇ ਬੈਠੇ ਡੀਮੋਟੀਵੇਟ ਕਰ ਦੇਣਾ ਉਹਨੂੰ, ਨਹੀਂ ਤੂੰ ਨਹੀਂ ਕਰ ਸਕਦਾ, ਤੂੰ ਕਰ ਹੀ ਨਹੀਂ ਸਕਦਾ। ਇਹੋ ਜਿਹਾ ਤਾਂ ਜੀਵਨ ਸੀ। ਯੈਰ ਦਾ ਕੰਮ ਕੀ? ਮਾਰਨਾ। ਧੱਕੇ ਨਾਲ ਹੀ ਬੰਦੇ ਦੇ ਪੈਰ ਖੇਡਦੇ ਨੇ, ਧੱਕੇ ਨਾਲ ਹੀ। ਚੜ੍ਹਦੀ ਕਲਾ ਵਾਲਾ ਉਹ ਅੱਗੇ ਨੂੰ ਵੱਧ ਰਿਹਾ, ਉਹਦੇ ਨਜਾਇਜ਼ ਹੀ ਗੱਲਾਂ ਕਰ ਕਰਕੇ ਉਹਦਾ ਹੌਸਲਾ ਜਿਹੜਾ ਬਣ ਰਿਹਾ ਉਹ ਵੀ ਤੋੜ ਕੇ ਰੱਖ ਦੇਣਾ। ਇੱਦਾਂ ਦਾ ਤਾਂ ਜੀਵਨ ਸੀ। ਪਰ ਅੰਮ੍ਰਿਤ ਹੋਇਓ, ਹੁਣ ਇੱਦਾਂ ਦਾ ਬਣਿਆ, ਉਹਨੂੰ ਪੁਸ਼ਅਪ ਕਰੀਦਾ ਕਿ ਤੂੰ ਚੱਲ ਅੱਗੇ ਪੁੱਤ, ਤੇਰੇ ਨਾਲ ਖੜਾ, ਤੂੰ ਚੱਲ ਅੱਗੇ, ਤੂੰ ਕਰ ਸਕਦਾ, ਉਹਨੂੰ ਮੋਟੀਵੇਟ ਕਰੀਦਾ। ਬਿਖ ਤੇ ਅੰਮ੍ਰਿਤ ਹੋਇਓ। ਇਹ ਐਸਾ ਸੰਗਤ ਜੀ ਜੀਵਨ ਗੁਰੂ ਤੋਂ ਪ੍ਰਾਪਤ ਹੁੰਦਾ। ਜਿਹੜਾ ਬੰਦਾ ਕਿਸੇ ਦੇ ਕੰਮਾਂ ਦੇ ਵਿੱਚ, ਜਿਹੜਾ ਬੰਦਾ ਕਿਸੇ ਨੂੰ ਡੀਮੋਟੀਵੇਟ ਕਰਦਾ ਉਹ ਯਾਰੀ ਹੈ। ਜਿਹੜਾ ਬੰਦਾ ਕਿਸੇ ਨੂੰ ਪੁਸ਼ਅਪ ਕਰਦਾ, ਕਿਸੇ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦਾ, ਉਹ ਬੰਦਾ ਅੰਮ੍ਰਿਤਮਈ ਜੀਵਨ ਜਿਉ ਰਿਹਾ। ਕਿਉਂਕਿ ਅੰਮ੍ਰਿਤ ਜੀ ਦਾਨ ਦਿੰਦਾ ਹੈ, ਯਾਰ ਹਮੇਸ਼ਾ ਬੰਦੇ ਨੂੰ ਮੰਨਦਾ। ਤੇ ਗੁਰੂ ਨੂੰ ਮਿਲ ਕੇ ਬੰਦਾ ਯਾਰੀ ਨਹੀਂ ਬਣਦਾ, ਗੁਰੂ ਨੂੰ ਮਿਲ ਕੇ ਬੰਦਾ ਅੰਮ੍ਰਿਤਮਈ। ਇਹਨੂੰ ਕਹਿੰਦੇ ਨੇ ਅੰਮ੍ਰਿਤਧਾਰੀ। ਬੋਲੋ ਜੀ, ਇਹਨੂੰ ਕਹਿੰਦੇ ਨੇ ਅੰਮ੍ਰਿਤਧਾਰੀ। ਅੰਮ੍ਰਿਤਧਾਰੀ ਦੀ ਡੈਫੀਨੇਸ਼ਨ ਇਹ ਹੈ, ਜਿਹਨੇ ਇਸ ਅੰਮ੍ਰਿਤ ਨੂੰ ਧਾਰਨ ਕੀਤਾ ਹੈ, ਇਸ ਅੰਮ੍ਰਿਤ ਨੂੰ ਸੁਰਤ ਦੇ ਵਿੱਚ ਧਾਰਨ ਕੀਤਾ ਹੈ, ਇਹ ਅੰਮ੍ਰਿਤਧਾਰੀ ਹੈ। ਜਿਹਨੇ ਇਹ ਅੰਮ੍ਰਿਤ ਧਾਰਨ ਕੀਤਾ ਹੈ ਨਾ, ਉਹਦੇ ਵਾਸਤੇ ਜਿਹੜਾ ਸਰੀ ਸਾਹਿਬ ਪਾਇਆ, 5 ਕਕਾਰੀ ਪਾਇਆ, ਉਹਦੇ ਵਾਸਤੇ ਸ਼ੋਭਨੀਕ ਹੈ।
ਜਿਹੜਾ ਇਸ ਸਿਲੇਬਸ ਨੂੰ ਪੜ੍ਹ ਚੁੱਕਾ। ਐਡਵੋਕੇਟ ਉਸ ਨੂੰ ਆਖਦੇ ਜਿਹਨੇ ਪਹਿਲਾਂ LLB ਦੇ ਸਿਲੇਬਸ ਨੂੰ ਪੜ੍ਹਿਆ, ਉਸ ਚੀਜ਼ ਨੂੰ ਪਰਖਿਆ, ਪੜਚੋਲਿਆ, ਫਿਰ ਉਹਨੂੰ ਡਿਗਰੀ ਪ੍ਰਾਪਤ ਹੋਈ। ਅੰਮ੍ਰਿਤਧਾਰੀ ਕੌਣ ਹੈ? ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨੂੰ ਪ੍ਰੈਕਟੀਕਲ ਤੌਰ 'ਤੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ, ਅੰਮ੍ਰਿਤ ਵਰਗਾ ਜੀਵਨ ਹੋ ਜਾਂਦਾ। ਫਿਰ ਉਹਦੇ ਵਾਸਤੇ ਮਹਾਰਾਜ ਕਲਗੀਧਰ ਆਖਦੇ ਨੇ ਕਿ ਪੁੱਤ ਹੁਣ ਤੂੰ ਆ, ਤੂੰ ਹੁਣ ਖੰਡੇ ਬਾਟੇ ਦੀ ਪੌਲ ਲੈਣ ਦਾ ਹੱਕਦਾਰ ਰੱਖਦੇ। ਵੈਸੇ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਸਾਡੇ ਸਮਾਜ ਦੇ ਵਿੱਚ ਅੱਜ ਤੱਕ ਬੜਾ ਲੰਮਾ ਸਮਾਂ ਇਹ ਚੀਜ਼ ਚੱਲਦੀ ਰਹੀ ਹੈ। ਅਸੀਂ ਅੰਮ੍ਰਿਤ ਤਾਂ ਛਕਦੇ ਹਾਂ ਕਿ ਅੰਮ੍ਰਿਤ ਛਕ ਕੇ ਕੁਝ ਨਾ ਕੁਝ ਜੋ ਆਪਾਂ ਡਿਮਾਂਡ ਰੱਖੀ ਜੋ ਨਾ ਕੁਝ ਹੋ ਜਾਵੇ। ਪਰ ਜਦੋਂ ਕਲਗੀਧਰ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਸੀ ਨਾ, ਜਦੋਂ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਛਕਾਈ ਸੀ, ਤੁਹਾਨੂੰ ਪਤਾ ਸਾਧ ਸੰਗਤ ਜੀ ਛਕਣ ਵਾਲੇ ਕੌਣ ਸੀ? ਪਹਿਲਾਂ ਤੇ ਜਦੋਂ ਆਹ ਕਲੀਅਰ ਹੋ ਜਾਊਗਾ ਨਾ, ਆਪਣੇ ਆਪ ਆ ਜਿਹੜੇ ਸਵਾਲ ਹੈ ਨਾ ਮਹਾਰਾਜ ਨੂੰ ਅੰਮ੍ਰਿਤ ਛਕਾਉਣ ਦੀ ਲੋੜ ਕਿਉਂ ਪਈ, ਇਹ ਸਾਰੇ ਖਤਮ ਹੋ ਜਾਣਗੇ। ਇਹ ਖਤਮ ਹੋ ਜਾਣਗੇ ਕਿ ਮਹਾਰਾਜ ਨੂੰ ਖੰਡੇ ਬਾਟੇ ਦੀ 9 ਗੁਰੂ ਸਾਹਿਬਾਨਾਂ ਨੇ ਇਸ ਤਰ੍ਹਾਂ ਦਾ ਕੀਤਾ ਨਹੀਂ, 10ਵੇਂ ਪਾਤਸ਼ਾਹ ਨੇ ਕਿਉਂ ਕੀਤਾ। ਖਤਮ ਹੋ ਜਾਊ ਜਦੋਂ ਤੁਸੀਂ ਇਸ ਪੀਰੀਅਡ ਨੂੰ ਪੜ੍ਹੋਗੇ ਕਿ ਅੰਮ੍ਰਿਤ ਛਕਦੇ ਕੌਣ ਸੀ। ਇਸ ਚੀਜ਼ ਨੂੰ ਸਮਝਣਾ, ਅੰਮ੍ਰਿਤ ਛਕਦੇ ਕੌਣ ਸੀ, ਆਪਣੇ ਆਪ ਗੱਲ ਕਲੀਅਰ ਹੋ ਜੂ ਕਿਹਨਾਂ ਨੂੰ ਛਕਾਉਣ ਦੀ ਲੋੜ ਪਈ। ਜਿਵੇਂ ਅਸੀਂ ਕਹਿੰਦੇ ਆ ਨਾ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਕਿ ਭਈ ਸੈਰ ਕਰਿਆ ਕਰੋ, ਸਰੀਰ ਤੰਦਰੁਸਤ ਹੁੰਦਾ ਹੈ। ਇਹ ਸਾਡੇ ਲੋਕਾਂ ਦਾ ਥਾਟ ਹੈ ਰੋਜ਼ਾਨਾ ਦਾ ਕਿ ਭਈ ਸੈਰ ਕਰਿਆ ਕਰੋ, ਜੀਵਨ ਤੰਦਰੁਸਤ ਹੁੰਦਾ ਹੈ। ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ। ਮੇਰੀ ਵਿਚਾਰਧਾਰਾ ਇਹ ਹੈ ਕਿ ਜਿਹੜਾ ਲੋਕ ਕਹਿੰਦੇ ਨੇ ਕਿ ਸੈਰ ਕਰਿਆ ਕਰੋ, ਬੰਦਾ ਤੰਦਰੁਸਤ ਰਹਿੰਦਾ, ਮੈਂ ਕਹਿੰਦਾ ਤੰਦਰੁਸਤ ਬੰਦੇ ਹੀ ਸੈਰ ਕਰਦੇ ਨੇ, ਦੂਜਾ ਉੱਠ ਹੀ ਨਹੀਂ ਸਕਦਾ। ਇਹ ਭੁਲੇਖਾ ਹੈ ਸਾਡਾ ਕਿ ਭਈ ਉੱਠ ਕੇ ਸੈਰ ਕਰਿਆ ਕਰੋ ਤੰਦਰੁਸਤ ਹੋ ਜਾਵੋਗੇ। ਨਹੀਂ, ਤੰਦਰੁਸਤ ਬੰਦੇ ਸੈਰ ਕਰਦੇ ਨੇ। ਇਸੇ ਤਰੀਕੇ ਨਾਲ ਜਦੋਂ ਕਲਗੀਧਰ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਛਕਾਈ ਸੀ ਨਾ, ਉਹ ਖੰਡੇ ਬਾਟੇ ਦੀ ਪੌਲ ਛਕ ਕੇ ਮਰਨ ਮਰਾਉਣ ਤੋਂ ਨਹੀਂ ਡਰੇ। ਉਹ ਪਹਿਲਾਂ ਹੀ ਤੰਦਰੁਸਤ ਸੀ ਤਾਂ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਲਈ। ਉਹਨਾਂ ਨੇ ਕਮਿਟਮੈਂਟ ਕੀਤੀ ਸੀ, ਮਹਾਰਾਜ ਇਹ ਗਾਤਰਾ ਪਾਲਿਆ ਹੁਣੇ ਸਿਰ ਤੇਰਾ, ਜਿੱਥੇ ਹੋ ਜੇ ਜਿੱਦਾਂ ਹੋ ਜੇ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਅੱਗੇ ਨਹੀਂ ਝੁਕੇਗਾ। ਆਹ ਸੀ ਕਾਰਨ। ਉਹਨਾਂ ਨੇ ਅੰਮ੍ਰਿਤ ਸਿਲੇਬਸ ਨੂੰ ਅੰਦਰ ਵਸਾਇਆ ਤੇ ਅਖੀਰ ਦੇ ਵਿੱਚ ਉਹ ਡਿਗਰੀ ਪ੍ਰਾਪਤ ਕਰ ਲਈ ਖੰਡੇ ਬਾਟੇ ਦੀ ਪੌਲ ਦੀ। ਇਹ ਤਰੀਕਾ ਸੀ ਉੱਥੋਂ ਤੱਕ ਜਾਣ ਦਾ। ਅੱਜ ਕੀ ਹੋ ਰਿਹਾ ਸਾਧ ਸੰਗਤ ਜੀ, ਸਿਲੇਬਸ ਦੀ ਕੋਈ ਸਟੱਡੀ ਨਹੀਂ ਹੋ ਰਹੀ, ਸਿਲੇਬਸ ਪੜ੍ਹਿਆ ਨਹੀਂ ਜਾ ਰਿਹਾ, ਪੜ੍ਹਾਈ ਕੁਝ ਨਹੀਂ, ਸਿੱਧਾ ਹੀ ਆਣ ਕੇ ਕਹਿੰਦੇ ਡਿਗਰੀ ਦੇ ਦਿਓ ਮੈਨੂੰ। ਹੁਣ ਤੁਸੀਂ ਸੋਚੋ, ਜਿਸ ਬੰਦੇ ਨੂੰ ਤੁਸੀਂ ਸਿੱਧਾ ਡਾਕਟਰ ਦੀ ਡਿਗਰੀ ਦੇ ਦਿਓ ਤੇ ਜਦੋਂ ਉਹਦੇ ਸਾਹਮਣੇ ਪੇਸ਼ੈਂਟ ਆਣ ਕੇ ਪੈ ਗਿਆ, ਉਹਦੇ ਬੈੱਡ ਉੱਤੇ ਆਣ ਕੇ ਉਹਨੂੰ ਕਿਹਾ ਕਿ ਭਾਈ ਕਾਟੇ ਦੇ ਉੱਤੇ ਹੱਥ ਕੰਬਣਗੇ ਕਿ ਨਹੀਂ ਕੰਬਣਗੇ, ਉਹਦੇ ਆਹ ਫਰਕ ਹੁੰਦਾ। ਇਹੀ ਕਾਰਨ ਹੈ ਕਿ ਜਿਨ੍ਹਾਂ ਨੇ ਕੇਵਲ ਸਿੱਧੀ ਡਿਗਰੀ ਪ੍ਰਾਪਤ, ਸਿੱਧੀ ਖੰਡੇ ਬਾਟੇ ਦੀ ਡਾਇਰੈਕਟ ਆਣ ਕੇ ਲੈ ਲਈ ਹੈ ਨਾ, ਮਹੀਨਾ ਨਹੀਂ ਲੰਘਦਾ, 2 ਮਹੀਨੇ ਨਹੀਂ ਲੰਘਦੇ। ਇਹੀ ਕਾਰਨ ਹੈ। ਇਸ ਕਰਕੇ ਭੱਟਾਂ ਵਾਂਗੂ ਅਰਦਾਸ ਕਰੋ, ਪਾਤਸ਼ਾਹ ਜੀ ਸਾਨੂੰ ਪਹਿਲਾਂ ਅੰਮ੍ਰਿਤਮਈ ਜੀਵਨ ਬਖਸ਼ੋ, ਸਾਨੂੰ ਸੁਰਤ ਵਿੱਚ ਅੰਮ੍ਰਿਤਧਾਰੀ ਬਣਾਓ, ਸਾਨੂੰ ਸੁਰਤ ਵਾਲਾ ਅੰਮ੍ਰਿਤ ਦਾ ਗਿਆਨ ਬਖਸ਼ਿਸ਼ ਕਰੋ, ਕੱਚੋ ਕੰਚਨ ਭਇਓ ਸਾਡਾ ਜੀਵਨ ਸੋਨੇ ਵਰਗਾ ਬਣਾ ਦਿਓ, ਤਾਂ ਜੋ ਅਸੀਂ ਇਸ ਵਾਲੇ ਪਾਸੇ ਅੱਗੇ ਕਦਮ ਵਧਾਈਏ ਕਿ ਖੰਡੇ ਬਾਟੇ ਦੀ ਪੌਲ ਛਕੀਏ ਤੇ ਸਾਡੇ ਵੱਲ ਵੇਖ ਕੇ ਆਖੇ ਕਿ ਜੇ ਸਿੱਖ ਇੱਦਾਂ ਦਾ ਏ, ਕਲਗੀਧਰ ਮਹਾਰਾਜ ਕਿੱਦਾਂ ਦੇ ਹੋਣਗੇ, ਮੈਂ ਵੀ ਖੰਡੇ ਬਾਟੇ ਦੀ ਪੌਲ ਲੈਣਾ ਚਾਹੁੰਦਾ। ਇਹ ਸਵਾਦ, ਇਸ ਤਰੀਕੇ ਨਾਲ ਗੱਲ ਬਣੇਗੀ, ਨਹੀਂ ਤੇ ਨਹੀਂ ਬਣ ਸਕਦੀ। ਤੇ ਅੱਜ ਦੇ ਇਸ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹੀ ਗੱਲ ਆਖੀ ਹੈ ਕਿ ਪਾਤਸ਼ਾਹ ਜਿਨ੍ਹਾਂ ਨੇ ਤੇਰੀ ਮੱਤ ਧਾਰਨ ਕਰਕੇ ਤੇਰੇ ਵਿੱਚ ਲੀਨ ਹੋ ਗਏ, ਤੁਹਾਡੇ ਵਿੱਚ ਮਿਕਸ ਹੋ ਗਏ, ਤੁਹਾਡੇ ਵਿੱਚ ਮਿਲ ਗਏ, ਤੁਹਾਡੇ ਅਤੇ ਉਹਨਾਂ ਵਿੱਚ ਕੋਈ ਭੇਦ ਨਾ ਰਿਹਾ। ਹੁਣ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ ਕਿ ਉਹ ਆਪਣੀ ਰਸਨਾ ਤੋਂ ਫਿਰ ਇੱਕ ਗੱਲ ਆਖਦੇ ਨੇ। ਇਹ ਮੈਂ ਫਿਰ ਬੇਨਤੀ ਕਰਾਂ, ਇਹ ਉਹ ਆਖਦੇ ਨੇ ਜਿਹੜੇ ਮਿਲ ਗਏ ਨੇ, ਨਾ ਕਿ ਉਹ ਜਿਹੜੇ ਨਹੀਂ ਮਿਲੇ। ਜਿਹੜੇ ਮਿਲ ਜਾਂਦੇ ਨੇ ਉਹ ਕੀ ਆਖਦੇ ਨੇ, ਕਹਿੰਦੇ ਤੂੰ ਸਾਹਿਬ ਅਗੰਮ ਦਿਆਲ ਹੈ, ਵੱਡ ਦਾਤਾ ਦਾਣਾ, ਕਿ ਪਾਤਸ਼ਾਹ ਤੂੰ ਪਹੁੰਚ ਤੋਂ ਪਰੇ ਹੈ।
ਤੇਰੀਆਂ ਖੇਡਾਂ, ਤੇਰੀਆਂ ਰਮਜਾਂ ਅਸੀਂ ਨਹੀਂ ਸਮਝ ਸਕਦੇ। ਇਹ ਕੌਣ ਕਹਿ ਸਕਦਾ ਹੈ ਜੀ? ਜਿਹੜਾ ਮਿਲ ਗਿਆ ਹੈ। ਜਿਹੜਾ ਨਹੀਂ ਮਿਲਿਆ ਨਾ, ਜਿਹੜਾ ਨਹੀਂ ਮਿਲਿਆ ਉਹ ਭਲਾ ਕੀ ਆਖੂਗਾ? ਉਹਦੇ ਮਨ 'ਚ ਭਲਾ ਕੀ ਹੋਣਾ? ਜਦੋਂ ਮਿਲ ਕੇ ਹੀ ਉਹਦੇ ਬਾਰੇ ਸਮਝ ਨਹੀਂ ਸਕਦੇ, ਫਿਰ ਮਿਲਣ ਦੀ ਕੀ ਲੋੜ ਹੈ? ਉਹ ਇਹ ਆਖੇਗਾ। ਇਸ ਬਰੀਕੀ ਨੂੰ ਸਮਝਣਾ। ਜਿਹੜਾ ਮਿਲ ਗਿਆ ਹੈ, ਮਿਲ ਚੁੱਕਾ ਹੈ, ਅਭੇਦ ਹੈ, ਉਹ ਆਖੇਗਾ ਕਿ ਪਾਤਸ਼ਾਹ ਤੂੰ ਪਹੁੰਚ ਤੋਂ ਬਾਹਰ ਹੈ। ਤੇਰੀਆਂ ਰੂਹਾਨੀਆਂ ਦੀਆਂ ਗੱਲਾਂ, ਤੇਰੇ ਅਚਰਜ ਕੋਤਕ, ਤੇਰੇ ਕੰਮ, ਤੇਰੇ ਸਾਰਾ ਕੁਝ ਅਚਨਚੇ ਜਦੋਂ ਮੇਰੇ ਨਾਲ ਪੈਂਦੇ ਨੇ, ਮੈਨੂੰ ਹੈਰਾਨ ਹੋ ਜਾਂਦਾ ਕਿ ਪਾਤਸ਼ਾਹ ਇਹ ਕਿੱਦਾਂ? ਤੇਰਾ ਧੰਨਵਾਦ ਕਰੀਦਾ। ਤੇ ਜਿਹੜਾ ਬੰਦਾ ਨਹੀਂ ਮਿਲਿਆ ਨਾ, ਉਹ ਭਲਾ ਕੀ ਆਖੇਗਾ ਕਿ ਜੇ ਉਹ ਪਹੁੰਚ ਤੋਂ ਹੀ ਬਾਹਰ ਆਏ, ਸੋਚ ਤੋਂ ਹੀ ਬਾਹਰ ਆਏ, ਫਿਰ ਇਹਨੂੰ ਮਿਲ ਕੇ ਕੀ ਲੈਣਾ? ਉਹ ਇਹ ਆਖੇਗਾ। ਜਦੋਂ ਮਿਲ ਕੇ ਹੀ ਉਹ ਪਹੁੰਚ ਤੋਂ ਬਾਹਰ ਆਏ, ਤਾਂ ਫਿਰ ਮਿਲ ਕੇ ਕੀ ਲੈਣਾ? ਇਹ ਫਰਕ ਹੈ। ਵੈਸੇ ਜਪਜੀ ਸਾਹਿਬ ਦੇ ਵਿੱਚ ਇਸ ਚੀਜ਼ ਦਾ ਸਾਡਾ ਭੁਲੇਖਾ ਕੱਢਿਆ ਹੈ। 22ਵੀਂ ਪੌੜੀ ਅੰਦਰ ਮਤਲਬ ਇੱਕ ਹੈ ਕਿ ਆਪਣੇ ਭਗਤ ਨੇ, ਇਨਸਾਨ ਨੇ ਰੱਬ ਜੀ ਨਾਲ ਮਿਲਣਾ ਹੈ, ਉਹਦੇ ਨਾਲ ਉਹਨੇ ਇੱਕਮਿਕ ਹੋਣਾ ਹੈ। ਜਦੋਂ ਇੱਕਮਿਕ ਰੱਬ ਜੀ ਨਾਲ ਹੋ ਗਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਤੁਹਾਨੂੰ ਮਿਲ ਰਿਹਾ ਉਹਦਾ ਆਲਾ ਪੱਲਾ ਤੁਸੀਂ ਸਭ ਕੁਝ ਜਾਣ ਗਏ। ਤੁਸੀਂ ਵੇਖਿਆ ਇੱਕ ਬੰਦਾ ਦੂਜੇ ਨੂੰ ਮਿਲਦਾ, ਜਿੰਨੇ ਚਿਰ ਤੱਕ ਨਹੀਂ ਮਿਲਿਆ ਉਹਨੇ ਚਿਰ ਤੱਕ ਉਹਦੇ ਬਾਰੇ ਨਹੀਂ ਪਤਾ। ਪਰ ਜਿਵੇਂ ਜਿਵੇਂ ਉਹਦੇ ਨਾਲ ਮਿਲੇਗਾ, ਜਿਵੇਂ ਜਿਵੇਂ ਵਿਹਾਰ ਵਧਾਵੇਗਾ, ਜਿਵੇਂ ਜਿਵੇਂ ਉਹਦੇ ਨਾਲ ਵਾਹ ਪਵੇਗਾ, ਇੱਕ ਸਮਾਂ ਉਹ ਜਦੋਂ ਆਖੂ ਕਿ ਮੈਂ ਤੇ ਇਹਦੀਆਂ ਪੁਸ਼ਤਾਂ ਤੱਕ ਜਾਣਦਾ। ਇਸ ਤਰ੍ਹਾਂ ਹੀ ਕਹਿੰਦੇ ਆ ਨਾ ਜੀ, ਕਿ ਉਹਦੀ ਹਰ ਇੱਕ ਬਰੀਕ, ਹਰ ਇੱਕ ਚੀਜ਼ ਬੰਦਾ ਕਹਿੰਦਾ ਕਿ ਇਹਦੇ ਤਾਂ ਮੈਂ ਸਭ ਕੁਝ ਜਾਣਦਾ, ਕਿੱਥੇ ਖਾਨਦਾਨ ਹੈ, ਕੌਣ ਇਹਨਾਂ ਦੇ ਪਿੱਛੇ, ਵਗੈਰਾ ਵਗੈਰਾ। ਪਰ ਇਹ ਜਿਹੜਾ ਤਰੀਕਾ ਹੈ, ਇਹ ਰੱਬ ਜੀ 'ਤੇ ਲਾਗੂ ਨਹੀਂ ਹੁੰਦਾ, ਗੁਰੂ 'ਤੇ ਲਾਗੂ ਨਹੀਂ ਹੁੰਦੇ। ਉੱਥੇ ਆਣ ਕੇ ਆਖਿਆ ਕਿ ਮੈਂ ਤੁਹਾਡੇ ਨਾਲ ਮਿਲਿਆ ਜ਼ਰੂਰ ਹਾਂ, ਤੁਹਾਡੇ ਨਾਲ ਇੱਕਮਿਕ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਮੈਂ ਤੁਹਾਡੇ ਨਾਲ ਇੱਕਮਿਕ ਹੋ ਗਿਆ, ਤੁਹਾਡੇ ਬਾਰੇ ਸਭ ਕੁਝ ਜਾਣ ਗਿਆ, ਤੁਹਾਡੀਆਂ ਪੀੜ੍ਹੀਆਂ ਤੱਕ, ਇੱਦਾਂ ਦੀ ਕੋਈ ਗੱਲ ਨਹੀਂ। ਤੂੰ ਤੇ ਪਹੁੰਚ ਤੋਂ ਬਾਹਰ ਹੈ। ਮੈਂ ਤੇ ਮੇਰਾ ਕੰਮ ਹੈ ਸਿਰਫ ਅਭੇਦ ਹੋਣਾ। ਬੜੀ ਕਮਾਲ ਦੀ ਉਦਾਹਰਨ ਦਿੱਤੀ ਹੈ ਵੈਸੇ ਇਸ ਚੀਜ਼ ਦੇ ਸਵਾਲ ਦੇ ਬਾਬਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਕਹਿੰਦੇ ਕੰਮ ਕੀ ਆ ਸਾਡਾ? ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆ। ਸਲਾਹ ਕੇ, ਉਹਦੇ ਗੁਣ ਗਾ ਗਾ ਕੇ, ਉਹਦੀ ਵਡਿਆਈ ਕਰ ਕਰਕੇ ਉਹਦੇ ਵਿੱਚ ਲੀਨ ਹੋ ਗਏ। ਕਿੱਦਾਂ ਲੀਨ ਹੋ ਗਏ? ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਐ। ਦੋ ਗੱਲਾਂ ਦਾ ਇੱਥੇ ਜ਼ਿਕਰ ਕੀਤਾ ਮਹਾਰਾਜ ਨੇ। ਕਹਿੰਦੇ ਪਹਿਲਾਂ ਜਿੱਥੋਂ ਵੇਖੋ ਤੁਸੀਂ, ਕਿਸੇ ਦੇ ਘਰ ਦੇ ਲਾਗੋਂ ਨਾਲਾ ਲੰਘ ਰਿਹਾ, ਨਾਲੇ ਦੀ ਐਗਜ਼ੈਂਪਲ ਹੈ, ਨਦੀਆਂ ਅਤੇ ਵਾਹ, ਨਾਲਾ ਲੰਘ ਰਿਹਾ, ਕੋਈ ਚੀਜ਼। ਕਿਉਂ ਸਾਧ ਸੰਗਤ ਜੀ, ਜਿੱਥੇ ਨਾਲਾ ਹੋਵੇ ਬੰਦਾ ਘਰ ਲੈਣ ਨੂੰ ਤਿਆਰ ਹੈ ਕਿ ਨਹੀਂ? ਇਮਾਨਦਾਰੀ ਨਾਲ ਦੱਸਿਓ, ਲੈਂਦਾ ਕੋਈ ਨਹੀਂ ਲੈਂਦਾ, ਭਾਵੇਂ ਅੱਧੇ ਰੇਟ 'ਤੇ। ਉਹਨੂੰ ਪਤਾ ਹੈ ਗੰਦਗੀ, ਬਦਬੂ, ਬੁਰੇ ਹਾਲ, ਏਸੀ ਵੱਖਰਾ ਖਰਾਬ, ਉਹਨੇ ਸਾਰੀ ਡਸਟ ਖਿੱਚੀ ਜਾਣੀ ਏਸੀ ਨੇ। ਨਾਲੇ ਲਾਗੇ ਕੋਈ ਵੀ ਘਰ ਲੈਣ ਨੂੰ ਤਿਆਰ ਨਹੀਂ, ਦੂਰ ਦੂਰ ਦੀ ਲੰਘੂ ਉੱਥੋਂ, ਭਾਵੇਂ ਸਸਤੇ ਰੇਟ 'ਤੇ ਮਿਲਦਾ ਹੋਵੇ। ਪਰ ਜੇ ਉਹੀ ਨਾਲਾ ਤੁਰਦਾ 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 ਸਮੁੰਦਰ ਵਿੱਚ ਜਾ ਕੇ ਪੈ ਜਾਵੇ, ਕੀ ਹੁੰਦਾ ਹੈ? ਪਹਿਲਾਂ ਆਪਣਾ ਰੂਪ ਗਵਾਚ ਗਿਆ ਉਹਦਾ। ਹੁਣ ਜਿਉਂ ਹੀ ਉਹਨੇ ਆਪਣੇ ਆਪ ਨੂੰ ਸਮੁੰਦਰ ਦੇ ਨਾਲ ਟੱਚ ਕੀਤਾ, ਸਮੁੰਦਰ ਦੇ ਵਿੱਚ ਪਿਆ, ਪਹਿਲੀ ਗੱਲ ਉਹ ਨਾਲਾ ਹੀ ਨਹੀਂ ਰਿਹਾ, ਹੁਣ ਖਤਮ ਹੋ ਗਿਆ, ਹੁਣ ਉਹ ਨਾਲਾ ਨਹੀਂ ਰਿਹਾ। ਦੂਜੀ ਗੱਲ, ਜਿਹੜਾ ਹੁਣ ਚੀਜ਼ ਨਾਲਾ, ਨਦੀਆਂ ਸਮੁੰਦਰ ਵਿੱਚ ਪੈ ਗਈਆਂ, ਪਹਿਲਾਂ ਤਾਂ ਉਹਦਾ ਨਾਂ ਸੀ ਕੋਈ ਨਦੀ ਦਾ ਵੀ, ਕਿਸੇ ਦਾ ਵੀ। ਪਹਿਲੀ ਸਟੇਜ ਜਦੋਂ ਟੱਚ ਕੀਤਾ ਇਸ ਸਮੁੰਦਰ ਦੇ ਨਾਲ, ਉਹਦੇ ਵਿੱਚ ਜਾ ਕੇ ਪਏ ਨੇ, ਆਪਣਾ ਆਪ ਗਵਾ ਗਈਆਂ। ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਿਹਾ। ਹੁਣ ਕੀ ਬਣ ਗਏ ਉਹ? ਬੋਲੋ ਜੀ, ਸਮੁੰਦਰ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ ਕਿ ਉਹ ਤੇ ਬਣ ਗਏ ਸਮੁੰਦਰ। ਹੁਣ ਨਾਲਾ ਇਹ ਗੱਲ ਆਖੇ ਕਿ ਅੱਜ ਮੈਂ ਹੁਣ ਵਿੱਚ ਪੈ ਗਿਆ, ਹੁਣ ਪੂਰੇ ਸਮੁੰਦਰ ਦਾ ਆਰਾ ਪਾਰਾ ਵੇਖ ਸਕਦਾ ਮੈਂ। ਹੋ ਸਕਦਾ ਜੀ? ਸਤਲੁਜ ਪੈ ਜੇ, ਬਿਆਸ ਪੈ ਜੇ, ਸਿੰਧ ਦਰਿਆ ਪੈ ਜੇ ਸਮੁੰਦਰ 'ਚ, ਨਾਲੇ ਪੈ ਜਾਣ ਦੁਨੀਆ ਜਹਾਨ ਦੇ। ਹੁਣ ਪੈ ਗਏ ਸਮੁੰਦਰ ਦੇ ਵਿੱਚ ਤੇ ਆਖਣ ਕਿ ਅੱਛਾ ਹੁਣ ਆ ਗਏ ਆ, ਹੁਣ ਤੇ ਅਰਲਾ ਪਰਲਾ ਜਿਹੜਾ ਸਮੁੰਦਰ ਦਾ ਹੈ ਨਾ, ਸਾਰਾ ਅਸੀਂ ਜਾਣ ਹੀ ਲੈਣਾ। ਹੋ ਸਕਦਾ? ਉਹਨਾਂ ਲੱਭਣਾ ਹੀ ਨਹੀਂ ਸਮੁੰਦਰ ਵਿੱਚ ਜਾ ਕੇ ਕਿੱਥੇ ਗਏ, ਉਹਨਾਂ ਲੱਭਣਾ ਹੀ ਨਹੀਂ। ਉਹ ਤਾਂ ਜਾਣ ਸਕਣ ਨਾ ਜੇ ਉਹਨਾਂ ਦੀ ਸਮੁੰਦਰ ਨਾਲ ਮਿਲ ਕੇ ਵੀ ਹਸਤੀ ਜਿਹੜੀ ਹੈ ਨਾ ਅੱਡ ਰਵੇ। ਹੋ ਹੀ ਨਹੀਂ ਸਕਦਾ। ਸਮੁੰਦਰ 'ਚ ਪੈਂਦਿਆਂ ਸਾਰੇ ਹੀ ਖਤਮ ਹੋ ਜਾਂਦੇ ਨੇ, ਹਸਤੀ ਨਹੀਂ ਰਹਿੰਦੀ ਉਹਨਾਂ ਦੀ, ਲੱਭਣਗੇ ਕੀ?
ਲੱਭ ਤਾਂ ਸਕਦੇ ਨੇ ਜੇ ਸਮੁੰਦਰ ਨਾਲ ਮਿਲ ਕੇ ਵੀ ਆਪਣੀ ਹੋਂਦ ਰਵੇ ਕਿ ਹਾਂ ਆਪਾਂ ਤੁਰੀ ਜਾਈਏ। ਨਹੀਂ, ਸਮੁੰਦਰ ਨਾਲ ਮਿਲ ਕੇ ਪਹਿਲਾਂ ਹੀ ਆਪਣੀ ਹਸਤੀ ਗਵਾਚਦੀ ਇੱਕ, ਦੂਜਾ ਬਾਅਦ ਚੋਂ ਨਾਲੇ ਦੇ ਵਿੱਚ ਨਦੀਆਂ ਵਿੱਚ ਤਾਕਤ ਨਹੀਂ ਰਹਿੰਦੀ ਕਿ ਅਸੀਂ ਸਮੁੰਦਰ ਦਾ ਅਰਲਾ ਪਰਨਾ ਲੱਭੀਏ। ਬਸ ਇੱਕੋ ਹੀ ਚੀਜ਼ ਬਚਦੀ ਅਖੀਰ 'ਚ, ਹੁਣ ਸਮੁੰਦਰ ਵਿੱਚ ਆ ਗਏ। ਬਸ ਹੁਣ ਨਾ ਉਹਨੂੰ ਟੈਨਸ਼ਨ ਕਿ ਸਮੁੰਦਰ ਕਿੱਡਾ ਵੱਡਾ ਏ, ਤੇ ਨਾ ਉਹਨੂੰ ਇਹ ਟੈਨਸ਼ਨ ਕਿ ਸਾਨੂੰ ਹੁਣ ਨਾਲਾ ਕੋਈ ਕਹਿੰਦਾ ਹੈ ਕਿ ਨਹੀਂ ਕਹਿੰਦਾ, ਸਮੁੰਦਰ ਹੋ ਗਏ। ਕਮਾਲ ਦੀ ਗੱਲ ਕੀਤੀ ਮਹਾਰਾਜ ਨੇ। ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਐ। ਜਦੋਂ ਸਮੁੰਦਰ ਵਿੱਚ ਪੈ ਗਏ ਪਹਿਲੀ ਚੀਜ਼ ਖਤਮ ਹੋ ਗਈ। ਹੁਣ ਇਮਾਨਦਾਰੀ ਨੇ ਦੱਸੋ, ਨਾਲੇ ਲਾਗੇ ਤੇ ਕੋਈ ਘਰ ਲੈਣ ਨੂੰ ਤਿਆਰ ਨਹੀਂ, ਸਮੁੰਦਰ ਲਾਗੇ ਕਿਹੜਾ ਕਿਹੜਾ ਖਰੀਦਣ ਨੂੰ ਤਿਆਰ ਹੈ? ਬੜੇ ਖਰੀਦਣ ਨੂੰ ਤਿਆਰ ਨੇ, ਕਿਉਂਕਿ ਬੀਚ ਹੈ ਉੱਥੇ। ਤੇ ਬੰਦਾ ਸਮੁੰਦਰ ਲਾਗੇ ਉੱਦਾਂ ਹੀ ਘੰਟਾ 2 ਘੰਟੇ ਖੜੇ ਹੋ ਜਾਵੇ, ਜਿੰਨਾ ਮਰਜ਼ੀ ਗੁੱਸੇ ਦਾ ਮਾਰਿਆ ਹੋਵੇ ਬੰਦਾ ਸ਼ਾਂਤ ਹੋ, ਕਿਉਂਕਿ ਉਹ ਠੰਡਾ ਕਰ ਦਿੰਦਾ ਬੰਦੇ ਨੂੰ। ਨਾਲੇ ਲਾਗੇ ਕੋਈ ਘਰ ਲੈਣ ਨੂੰ ਤਿਆਰ ਨਹੀਂ, ਉਹੀ ਨਾਲਾ ਸਮੁੰਦਰ 'ਚ ਪੈ ਗਿਆ, ਹੁਣ ਭਾਵੇਂ ਕੋਠੀ ਪਾ ਲਓ ਲਾਗੇ, ਹਰ ਕੋਈ ਬੰਦਾ ਲੈਣ ਨੂੰ ਤਿਆਰ ਹੈ। ਆਹ ਫਰਕ ਹੈ। ਜਿੰਨੇ ਚਿਰ ਤੱਕ ਅਸੀਂ ਗੁਰੂ ਤੋਂ ਬਿਨਾਂ ਹੈ ਨਾ ਸਾਧ ਸੰਗਤ ਦੀ, ਨਾਲਿਆਂ ਵਰਗੇ ਕੋਈ ਕੋਲ ਖੜਨ ਨੂੰ ਤਿਆਰ ਨਹੀਂ, ਕੋਈ ਸਾਡੀ ਗਰੰਟੀ ਚੁੱਕਣ ਨੂੰ ਤਿਆਰ ਨਹੀਂ। ਨਾਲੇ ਆ, ਕੱਚੇ ਆ। ਪਰ ਜਦੋਂ ਗੁਰੂ ਸਮੁੰਦਰ 'ਚ ਰਲ ਗਏ ਨਾ, ਗੁਰ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ। ਗੁਰੂ ਸਮੁੰਦਰ 'ਚ ਇੱਕ ਵਾਰ ਆਓ ਤੇ ਸਹੀ, ਪਹਿਲਾਂ ਤੇ ਮਹਾਰਾਜ ਤੁਹਾਡੀ ਵੈਲਿਊ ਚੁੱਕੂ। ਮਤਲਬ ਜਿਵੇਂ ਨਾਲਾ ਖਤਮ, ਸਮੁੰਦਰ ਹੋ ਗਿਆ, ਪਹਿਲਾਂ ਤਾਂ ਤੁਹਾਡੀ ਵੈਲਿਊ, ਤੁਹਾਨੂੰ ਅੱਜ ਤੋਂ ਬਾਅਦ ਕਹਿਣਗੇ ਕਿ ਭਾਈ ਨਹੀਂ ਤੂੰ ਆਮ ਨਹੀਂ ਰਿਹਾ, ਤੇਰੀ ਗੱਲਬਾਤ ਹੈ। ਤੇ ਦੂਜੀ ਗੱਲ, ਤੁਸੀਂ ਸਮੁੰਦਰ ਹੋ ਗਏ, ਗੁਰੂ ਰੂਪ ਹੋ ਗਏ। ਹੁਣ ਰੂਪ ਹੋ ਕੇ ਵੀ ਤੁਸੀਂ ਇਹ ਨਹੀਂ ਕਹਿੰਦੇ ਅਸੀਂ ਗੁਰੂ ਹਾਂ, ਅਸੀਂ ਆਖਦੇ ਹਾਂ ਪਾਤਸ਼ਾਹ ਜੀ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਆਖਦੇ ਅਸੀਂ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਆਖਾਂਗੇ, ਉਹਨੂੰ ਪਾਰ ਨਹੀਂ ਸਕਦੇ। ਬੰਦਾ ਆਖੇ ਕਿ ਮੈਂ ਉਹਦਾ ਆਰਾ ਪਾਰਾ ਪਾ ਸਕਾਂ। ਤੂੰ ਸਾਹਿਬ ਅਗਮ ਦਿਆਲ ਹੈ, ਵੱਡ ਦਾਤਾ ਦਾਣਾ। ਤੂੰ ਮਹਾਰਾਜ ਪਹੁੰਚ ਤੋਂ ਬਾਹਰ, ਅਸੀਂ ਤੇਰੇ ਨਾਲ ਮਿਲ ਗਏ ਹਾਂ ਪਰ ਤੂੰ ਫਿਰ ਵੀ ਪਹੁੰਚ ਤੋਂ ਬਾਹਰ ਹੈ। ਤੁਧ ਜੇਵੜ ਮੈਂ ਹੋਰ ਨਾ, ਮੈਂ ਹੋਰ ਕੋ ਨਾ ਦਿਸ ਨਾ ਵਈ। ਮਹਾਰਾਜ ਤੇਰੇ ਬਰਾਬਰ, ਤੇਰੇ ਜੇ ਇਹੋ ਜਿਹੇ ਸੁਭਾਅ ਦੇ ਬਰਾਬਰ ਹੋਰ ਮੈਨੂੰ ਦੁਨੀਆ ਤੇ ਕੋਈ ਨਜ਼ਰ ਨਹੀਂ ਆਉਂਦਾ, ਜਿਹੜਾ ਇਸ ਤਰੀਕੇ ਨਾਲ ਬੰਦੇ ਨੂੰ ਆਪਣੇ ਵਿੱਚ ਵੀ ਲੈ ਆਵੇ ਤੇ ਆਪਣੇ ਬਾਰੇ ਵੀ ਪਤਾ ਨਾ ਲੱਗਣ ਦੇਵੇ, ਤੇ ਉਸ ਬੰਦੇ ਦੀ ਵੀ ਵਾਰੇ ਨਿਆਰੇ ਕਰ ਦੇਵੇ। ਹੈ ਹੀ ਨਹੀਂ ਕੋਈ, ਹੈ ਸਕਦਾ ਜੀ ਕੋਈ ਨਹੀਂ। ਤੂੰ ਹੈ ਸੁਗੜ ਮੇਰੇ ਮਨ ਭਾਣਾ, ਤੂੰ ਬੜਾ ਸਿਆਣਾ ਹੈ, ਤੂੰ ਬੜਾ ਸੁਚੱਜਾ ਹੈ, ਤੂੰ ਮੈਨੂੰ ਘੜਿਆ ਹੈ। ਤੇਰੇ ਵਰਗਾ ਕੋਈ ਨਹੀਂ ਘੜਨ ਵਾਲਾ, ਤੇਰੇ ਵਰਗਾ ਕੋਈ ਨਹੀਂ ਬਣਾਉਣ ਵਾਲਾ। ਵਾਰੀ ਬਲਿਹਾਰੀ ਜਾਵਾਂ ਨੇਤੇ ਉਹਦੀ ਸ਼ਾਨ ਤੋਂ, ਉਸ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ। ਹੱਡੀਆਂ ਦੇ ਜੋੜ ਜੋੜੇ ਸੋਹਣੇ ਜੁਗਤ ਨਾਲ, ਕੀਤੀ ਐ ਸਫਾਈ ਸੋਹਣਾ ਫੇਰ ਰੰਦਾ ਏ। ਰੰਦਾ ਫੇਰਦਾ ਨਾ ਕੋਈ ਤਰਖਾਣ ਕਾਰਪੈਂਟਰ, ਉਹ ਰੰਦਾ ਫੇਰਦਾ ਹੈ ਸਾਧ ਸੰਗਤ ਜੀ ਕਿ ਕੋਈ ਛਿਲਤ ਨਾ ਰਹਿ ਜੇ ਉੱਤੇ, ਉਹਦੇ ਤੇ ਫਿਰ ਵੀ ਚਾਂਸ ਹੈ ਕੋਈ ਨਾ ਕੋਈ ਛਿਲਤ ਵੱਜ ਸਕਦੀ। ਤੁਸੀਂ ਵੇਖਿਆ ਬੂਹੇ ਤੇ ਕਈ ਵਾਰ ਵੱਜ ਜਾਂਦੀ ਹੈ, ਪਰ ਉਹ ਕਵੀ ਆਖਦਾ ਪਾਤਸ਼ਾਹ ਜਿੱਦਾਂ ਦਾ ਤੁਸੀਂ ਬੰਦਾ ਤਿਆਰ ਕੀਤਾ ਹੈ ਨਾ, ਤੇ ਛਿਲਤ ਦੀ ਕੋਈ ਗੁੰਜਾਇਸ਼ ਨਹੀਂ। ਸੋਹਣਾ ਐ ਢੱਕਿਆ ਪੂਰਾ ਮਾਸ ਨਾਲ ਇਹਨੂੰ। ਵਾਰੀ ਬਲਿਹਾਰੀ ਜਾਵਾਂ ਨੇਤੇ ਉਹਦੀ ਸ਼ਾਨ ਤੋਂ, ਉਸ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ। ਹੱਡੀਆਂ ਦੇ ਜੋੜ ਜੋੜੇ ਸੋਹਣੇ ਜੁਗਤ ਨਾਲ, ਐ ਪੂਰੀ ਤਿਆਰੀ ਸਿਸਟਮ ਦੇ ਨਾਲ ਹੱਡੀਆਂ ਦੇ ਜੋੜ ਜੋੜੇ। ਕੀਤੀ ਐ ਸਫਾਈ ਸੋਹਣਾ ਫੇਰ ਰੰਦਾ ਏ। ਬਾੜੋ ਸੋਹਣਾ ਮੁਨਾਰਾ ਪੱਚਿਆ ਏ ਪੋਚੇ ਨਾਲ, ਐ ਮਾਸ ਦੇ ਨਾਲ ਇਸ ਨੂੰ ਢੱਕ ਦਿੱਤਾ, ਇਸ ਹੱਡੀਆਂ ਦੇ ਜੋੜ ਨੂੰ ਸਵਾਰ ਦਿੱਤਾ। ਵਿੱਚ ਭਰ ਮਾਲ ਦਿੱਤਾ ਗੰਦਾ ਏ। ਅਗਲੀ ਕਮਾਲ ਦੀ ਗੱਲ ਆਖਦਾ, ਬੰਦਾ ਉਹਦਾ ਹੋ ਕੇ ਜੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਤੋਂ ਬਗੈਰ ਬੰਦਾ ਗੰਦਗੀ ਤੋਂ ਗੰਦਾ ਏ। ਜੇ ਉਹਦਾ ਹੋ ਕੇ ਬੰਦਾ ਬੰਦਗੀ ਕਰੇ ਤੇ ਚੰਗਾ ਏ, ਨਹੀਂ ਤੇ ਬੰਦਾ ਗੰਦਗੀ ਤੋਂ ਵੀ ਗੰਦਾ ਏ। ਸਤਿਗੁਰ ਤੇ ਜੋ ਮੂੰਹ ਫੇਰੇ, ਓਏ ਭਰਮ ਦੇ ਨਾ ਟਿਕਨ। ਜਿਸ ਬੰਦੇ ਨੇ ਗੁਰੂ ਤੋਂ ਮੂੰਹ ਮੋੜ ਲਿਆ, ਜਿੱਥੇ ਮਰਜ਼ੀ ਚਲਾ ਜਾਵੇ, ਭਟਕਣਾ ਉਹਦਾ ਪਿੱਛਾ ਨਹੀਂ ਛੱਡ ਸਕਦੀ।
ਇੰਡੀਆ ਛੱਡ ਕੇ ਇੰਗਲੈਂਡ ਕੋਠੀ ਪਾ ਲਵੇ, ਇੰਗਲੈਂਡ ਛੱਡ ਕੇ ਯੂਰਪ ਦੀ PR ਲੈ ਲਵੇ, ਗੱਲ ਨਹੀਂ ਬਣਨੀ। ਇਹ ਬਾਣੀ ਦਾ ਵਾਕ ਹੈ, ਸੱਚੀ ਸਰਕਾਰ ਦਾ ਬਚਨ ਹੈ। ਸਤਿਗੁਰ ਤੇ ਜੋ ਮੂੰਹ ਫੇਰੇ, ਓਏ ਭਰਮ ਦੇ ਨਾ ਟਿਕਨ, ਧਰਤ ਅਸਮਾਨ ਨਾ ਝੱਲਈ, ਵਿੱਚ ਵਿਸਟਾ ਪਏ ਪਚੰਨ। ਨਾ ਉਹਨਾਂ ਨੂੰ ਧਰਤੀ ਚੱਲਦੀ ਹੈ, ਨਾ ਉਹਨਾਂ ਨੂੰ ਅਸਮਾਨ ਚੱਲਦਾ ਹੈ। ਉਹ ਇਸ ਧਰਤੀ ਅਸਮਾਨ ਦੇ ਵਿੱਚ ਗੰਦਗੀ ਦੇ ਸਮਾਨ ਨੇ। ਗੁਰੂ ਰਾਮਦਾਸ ਮਹਾਰਾਜ ਆਖਦੇ ਜਿਹੜੇ ਬੰਦੇ ਉੱਤੋਂ ਮੂੰਹ ਫੇਰ ਕੇ ਬੈਠੇ ਨੇ, ਪਿੱਠ ਕਰਕੇ ਬੈਠੇ ਨੇ, ਪਾਸੇ ਹੋ ਕੇ ਬੈਠੇ ਨੇ, ਜਿੱਥੇ ਮਰਜ਼ੀ ਚਲੇ ਜਾਣ, ਇਹਨਾਂ ਦੀ ਜ਼ਿੰਦਗੀ 'ਚ ਕਦੀ ਸ਼ਾਂਤੀ ਨਹੀਂ ਆ ਸਕਦੀ। ਤਾਂ ਹੀ ਨਹੀਂ ਆ ਰਹੀ। ਬੰਦਾ ਸਾਧ ਸੰਗਤ ਜੀ ਘਰ ਬਦਲ ਰਿਹਾ, ਕਹਿੰਦਾ ਇਹ ਘਰ ਦੇ ਵਿੱਚ ਲੜਾਈ ਰਹਿੰਦੀ ਹੈ, ਘਰ ਬਦਲ ਲਓ। ਦੂਜੇ ਮਹੱਲੇ 'ਚ ਲੈ ਲਓ, ਦੂਜੇ ਮਹੱਲੇ 'ਚ ਲੈ ਲਿਆ, ਉੱਥੇ ਆ ਗਈ ਸ਼ਾਂਤੀ, ਕੁੱਤ ਕਲੇਸ਼ ਤੇ ਉੱਥੇ ਵੀ ਪੈ ਰਿਹਾ। ਫਿਰ ਉਹ ਕਹਿੰਦਾ ਨਹੀਂ ਨਹੀਂ, ਇਹ ਵੀ ਨਹੀਂ ਫਿੱਟ ਬੈਠਾ, ਮੈਂ ਦੇਸ਼ ਹੀ ਛੱਡ ਦੇਣਾ, ਮੈਂ ਕੰਟਰੀ ਵਾਕਆਊਟ ਕਰ ਜਾਣੀ। ਹੁਣ ਬੰਦਾ ਕੰਟਰੀ ਵੀ ਛੱਡ ਦੇਵੇ, ਬਾਹਰਲੀ ਕੰਟਰੀ 'ਚ ਵੀ ਚਲੇ ਜਾਵੇ, ਉੱਥੇ ਫਿਰ ਲੜਾਈ ਰਹਿੰਦੀ ਹੈ। ਜਿਹੜੇ ਗਏ ਨੇ ਉਹਨਾਂ ਨੂੰ ਪਤਾ। ਬੰਦਾ ਇੱਥੋਂ ਕਹਿੰਦਾ ਹੈ ਕਿ ਇੱਥੇ ਤੇ ਬੜਾ ਔਖਾ ਹੈ ਜੀ, ਬੜਾ ਔਖਾ, ਗੱਲ ਬਣ ਨਹੀਂ ਰਹੀ, ਮੈਂ ਬਾਹਰ ਚਲਾ ਜਾਣਾ, ਉੱਥੇ ਸ਼ਾਂਤੀ ਆ ਜੂ, ਆਰਾਮ ਨਾਲ ਜ਼ਿੰਦਗੀ ਜੀਵਾਂਗੇ। ਉੱਥੇ ਜਾ ਕੇ ਵੇਖ ਲਓ, ਕਹਿੰਦੇ ਇੱਥੇ ਆਰਾਮ ਹੀ ਨਹੀਂ ਹੈਗਾ, ਗੱਲ ਬਣਨੀ ਨਹੀਂ ਹੈ। ਤਾਂ ਹੀ ਗੁਰੂ ਸਾਹਿਬ ਨੇ ਆਖਿਆ ਬਾਣੀ ਵਿੱਚ, ਗੁਰੂ ਨਾਨਕ ਸਾਹਿਬ ਨੇ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ। ਕਹਿੰਦੇ ਦੇਸ਼ ਮਹੱਲਾ ਗਲੀ ਛੱਡ ਕੇ ਕਿ ਤੂੰ ਦੇਸ਼ ਦੀ PR ਹੀ ਚੇਂਜ ਕਰ ਲਾ ਭਾਵੇਂ, ਪਰ ਫਿਰ ਵੀ ਗੱਲ ਨਹੀਂ। ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਜਿਹੜੇ ਪੰਜ ਤੇਰੇ ਅੰਦਰ ਬੈਠੇ ਨਾ, ਜਿਹੜੇ ਤੈਨੂੰ ਨਿੱਤ ਦੁਖੀ ਕਰਦੇ ਨੇ, ਉਹ ਤੇ ਤੂੰ ਇੰਡੀਆ ਨਹੀਂ ਨਾ ਛੱਡ ਕੇ ਆਇਆ, ਭਾਵੇਂ ਕੈਨੇਡਾ ਆਣ ਕੇ ਬਹਿ ਗਿਆ, ਉਹ ਤੇ ਨਾਲ ਹੀ ਆ ਗਏ ਤੇਰੇ। ਕੀ ਹੁੰਦਾ ਇਹ ਸਰ? ਤੁਸੀਂ ਵੇਖੋ ਜਦੋਂ 에ਅਰਪੋਰਟ ਤੇ ਜਾਂਦੇ ਆ, ਬੈਗ ਮਸ਼ੀਨ ਵਿੱਚੋਂ ਲੰਘਾਇਆ ਜਾਂਦਾ, ਕੋਈ ਉਹਨਾਂ ਦੀ ਕੰਟਰੀ ਵਾਸਤੇ ਮਾੜੀ ਚੀਜ਼ ਹੋਵੇ, ਉਹ ਕਢਾ ਦਿੰਦੇ ਬਾਹਰ ਕਿ ਭਾਈ ਕੱਢੋ, ਸਾਡੀ ਕੰਟਰੀ ਵਾਸਤੇ ਚੀਜ਼ ਨਹੀਂ ਹੈ। ਕਿਉਂਕਿ ਲੱਕੜ ਦੇ ਘਰ ਨੇ, ਉਹ ਜਾਣ ਨਹੀਂ ਦਿੰਦੇ, ਸਿਉਂਕ ਵੀ ਲੱਗ ਗਈ ਤੇ ਕੰਮ ਖਰਾਬ। ਬੜਾ ਕੁਝ ਘਟਾਉਂਦੇ ਨੇ ਉਹਨਾਂ ਦੀ ਜਿਹੜੀ ਕੰਟਰੀ 'ਚ ਬਹਿਣ ਹੈ ਚੀਜ਼। ਹੁਣ ਚੀਜ਼ਾਂ ਤੇ ਸਾਧ ਸੰਗਤ ਜੀ ਕਢਾਈਆਂ ਜਾ ਸਕਦੀਆਂ ਉਸ ਕੰਟਰੀ ਵਾਸਤੇ ਜਿਹੜੀਆਂ ਨਹੀਂ ਹੈ। ਹੁਣ ਬੰਦੇ ਅੰਦਰ ਇਹ ਜਿਹੜੇ ਪੰਜ ਬੈਠੇ ਨੇ, ਇਹਦੇ ਵਾਸਤੇ ਤੇ ਕੋਈ ਮਸ਼ੀਨ ਨਹੀਂ ਨਾ ਬਣੀ, ਨਿਊਜ਼ੀਲੈਂਡ ਨੇ ਬਣਾਈ ਹੋਵੇ, ਅਮਰੀਕਾ ਨੇ ਬਣਾਈ ਹੋਵੇ। ਇਹ ਇੰਡੀਆ ਸੀ, ਜਿਉਂ ਹੀ ਜਹਾਜ਼ 'ਚ ਬੈਠਾ ਇਹ ਅਮਰੀਕਾ ਲੈ ਕੇ ਵੀ ਪੁੱਜ ਗਿਆ। ਉੱਥੇ ਵੀ ਉਹੀ ਗੱਲਾਂ, ਉੱਥੇ ਵੀ ਉਹੀ ਵਿਚਾਰ, ਉੱਥੇ ਵੀ ਉਹੀ ਮੈਂਟੈਲਿਟੀ। ਉੱਧਰ ਵਾਲੇ ਬੱਚੇ ਕਹਿ ਰਹੇ ਨੇ ਕਿ ਭਾਈ ਕੱਲ੍ਹ ਹੀ ਟਿਕਟ ਕਰਾਉਂਦੇ ਆ, ਤੁਸੀਂ ਵਾਪਸ ਜਾਓ। ਪੰਜ ਚੰਡਾਲ ਨਾਲੇ ਲੈ, ਟਿਕਣ ਤੇ ਇਹ ਨਹੀਂ ਦਿੰਦੇ, ਤੇ ਬੰਦਾ ਦੋਸ਼ ਦਿੰਦਾ ਘਰ ਨੂੰ, ਬੂਹੇ ਬਾਰੀਆਂ ਨੂੰ, ਕਿ ਇਹਨਾਂ ਕਰਕੇ ਘਰ 'ਚ ਸ਼ਾਂਤੀ ਨਹੀਂ ਰਹਿੰਦੀ। ਇਹ ਤੇ ਉਹ ਗੱਲ ਹੈ ਕਿ ਨੱਚਣਾ ਆਪ ਨੂੰ ਨਹੀਂ ਆਉਂਦਾ, ਫਿੱਟੇ ਮੂੰਹ ਗੋਡਿਆਂ ਦੇ। ਕਿ ਪ੍ਰੋਬਲਮ ਆਪ ਦੇ ਵਿੱਚ ਹੈ। ਤੁਸੀਂ ਕਦੀ ਸਾਧ ਸੰਗਤ ਜੀ ਬਾਰੀਆਂ ਨੂੰ ਬੂਹੇ ਨਾਲ ਲੜਦੇ ਵੇਖਿਆ ਹੋਵੇ, ਪਰਦਿਆਂ ਨੂੰ ਲੜਦੇ ਵੇਖਿਆ ਹੋਵੇ, ਚਮਚਿਆਂ ਨੂੰ ਥਾਲੀਆਂ ਨਾਲ ਲੜਦੇ ਵੇਖਿਆ ਹੋਵੇ, TV ਨੂੰ ਫਰਿੱਜ ਨਾਲ ਲੜਦੇ ਵੇਖਿਆ ਹੋਵੇ? ਕਦੀ ਵੇਖਿਆ ਹੋਵੇ ਮੈਨੂੰ ਦੱਸਿਓ, ਜੇ ਘਰ 'ਚ ਲੜਾਈ ਰਹਿੰਦੀ। ਕੋਈ ਨਹੀਂ ਲੜਦਾ। ਲੜਦਾ ਕੌਣ ਹੈ? ਬੰਦਾ। ਮੈਂ ਲੜਦਾ। ਤੇ ਮਹਾਰਾਜ ਨੇ ਆਖਿਆ ਇਹ ਕਲੇਸ਼ ਤੇਰੇ ਅੰਦਰ ਵਸਦਾ ਏ, ਇਹ ਜਿੱਥੇ ਤੂੰ ਜਾਵੇਂਗਾ ਇਹਨੇ ਤੇਰੇ ਨਾਲ ਜਾਣਾ, ਤੂੰ ਜਿੰਨੀ ਮਰਜ਼ੀ PR ਚੇਂਜ ਕਰ ਲਾ। ਇਸ ਕਰਕੇ ਇਹਦਾ ਹੱਲ ਕੀ ਹੈ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਏ ਹੱਲ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਥੇ ਇਹ ਤਾਂ ਨਹੀਂ ਆਖਿਆ ਕਿ ਕਲ ਕਲੇਸ਼ ਤੇਰੇ ਘਰ ਵਿੱਚ ਹੈ। ਕਲ ਕਲੇਸ਼ ਕਿੱਥੇ ਹੈ? ਤਨ ਮਾਹੇ ਮਿਟਾਵੋ, ਇੱਥੇ ਅੰਦਰ ਵਸਦਾ ਏ। ਜਿਹੜੇ ਜੋਤਸ਼ੀ ਬਹਿੰਦੇ ਆ ਨਾ ਸਵੇਰੇ ਉੱਠ ਕੇ 8:30 ਵਜੇ, ਸਾਨੂੰ ਤਥਾਸਤੂ ਕਰਦੇ ਨੇ, ਸਾਨੂੰ ਬੜਾ ਕੁਝ ਦੱਸਦੇ ਨੇ। ਗੁਰੂ ਅਰਜਨ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਘੱਟੋ ਘੱਟ ਤੋਂ ਸੁਚੇਤ ਹੋਣਾ ਚਾਹੀਦਾ। ਮੈਨੂੰ ਹੋਰਾਂ ਦੀ ਕੋਈ ਮੈਟਰ ਨਹੀਂ ਕਰਦਾ। ਜਿਹਨੇ ਗੁੜਕੇ ਤੋਂ ਇਹ ਪਹਿਲੀ ਪੰਕਤੀ ਪੜ੍ਹੀ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਘੱਟੋ ਘੱਟ ਉਹਦਾ ਤੇ ਮੱਥਾ ਠਣਕੇ ਕਿ ਕਲੇਸ਼ ਇਹ ਕਹਿੰਦਾ ਘਰ ਵਿੱਚ ਹੈ। ਮੇਰਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਹੀਂ ਨਹੀਂ, ਘਰ ਵਿੱਚ ਤੇ ਕਲੇਸ਼ ਨਹੀਂ, ਕਲੇਸ਼ ਤੇ ਤੇਰੇ ਅੰਦਰ ਹੈ। ਕਲੀਅਰ ਹੋ ਜਾਊਗਾ ਨਾ ਕਿ ਫਿਰ ਕੌਣ ਸਹੀ ਹੈ, ਇਹ ਸਹੀ ਹੈ ਜਾਂ ਪਾਤਸ਼ਾਹ ਮੇਰੇ ਸਹੀ ਨੇ। ਫਿਰ ਲੁੱਟਣਾ ਵੀ ਬੰਦਾ ਬਚ ਜੂ। ਇਹ ਜਿਹੜੇ ਇਹਨਾਂ ਦੇ ਚੁੰਗਲ 'ਚ ਫਸਦੇ ਨਾ, ਉਹੀ ਹੈ ਜਿਹਨਾਂ ਨੂੰ ਸਮਝ ਨਹੀਂ ਆ ਰਹੀ। ਅਗਲਾ ਜਿਹੜਾ ਸ਼ਲੋਕ ਹੋਣਾ ਨਾ, ਇਸ ਦੇ ਵਿੱਚ ਅੱਗੇ ਤਾਂ ਹੀ ਕਿਹਾ, ਅੱਧ ਵਿੱਚ ਫਿਰੇ ਮਨਮੁਖ ਵਿਚਾਰਾਂ। ਉਹ ਨਾ ਗੁਰੂ ਵਾਲੇ ਪਾਸੇ ਹੈ ਪੂਰਾ, ਤੇ ਨਾ ਇਹਨਾਂ ਵਾਲੇ ਪਾਸੇ, ਅੱਧ ਵਿੱਚ ਹੀ ਤੁਰਿਆ ਫਿਰਦਾ।
ਕਿ ਨਾ ਇੱਧਰ ਤੁਸੀਂ ਵੇਖਿਆ ਸੜਕ ਤੇ ਜਾਂਦਿਆਂ ਸਾਧ ਸੰਗਤ ਜੀ ਬੰਦਾ ਅੱਧ ਵਿੱਚ ਆ ਜਾਏ ਖਲੋ ਜੇ, ਅਸੀਂ ਆਨੇ ਜਾਂ ਤੇ ਐਨੂੰ ਹੋ ਜਾ, ਤੇ ਜਾਂ ਤੇ ਐਨੂੰ ਹੋ ਜਾ, ਸਾਨੂੰ ਲੰਘਣ ਦੇ। ਗੁਰੂ ਰਾਮਦਾਸ ਮਹਾਰਾਜ ਆਖਦੇ ਮੈਂ ਦੁਨੀਆ ਵਿੱਚ ਬੰਦੇ ਵੇਖੇ ਇਹੋ ਜਿਹੇ ਕਿ ਜਿਹੜੇ ਅੱਧ ਵਿੱਚ ਖਲੋਤੇ ਨੇ, ਨਾ ਤੇ ਪੂਰੇ ਗੁਰੂ ਵਾਲੀ ਨੇ ਤੇ ਨਾ ਤੇ ਪੂਰੇ ਵਿਪਰ ਵਾਲੀ ਨੇ, ਵਿੱਚ ਮਿਕਸ ਜੇ ਹੋ ਕੇ ਖਲੋਤੇ ਨੇ, ਵਿੱਚ ਜੇ ਹੋ ਕੇ, ਕਿਤੇ ਨਹੀਂ ਪਹੁੰਚਦੇ ਇਹੋ ਜਿਹੇ ਬੰਦੇ। ਇਸ ਕਰਕੇ ਉਹਦੇ ਵਰਗਾ ਸਿਆਣਾ ਕੋਈ ਨਹੀਂ। ਉਹਦਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਜਿਨੇ ਦਿੱਤਾ ਹੈ ਨਾ, ਜਿਨੇ ਸੁਗੜ ਹੈ, ਜਿਹਦੇ ਕਰਕੇ ਉਹਦਾ ਨਾਮ ਸੁਗੜ ਹੈ, ਕੱਲ ਨੂੰ ਇਸ ਚੀਜ਼ ਵਿੱਚ ਕੋਈ ਪ੍ਰੋਬਲਮ ਆਈ ਉਹਨੇ ਸੁਣਨਾ ਵੀ, ਉਹਦੀ ਗਰੰਟੀ ਹੈ। ਮੈਂ ਕਈ ਵਾਰ ਐਗਜ਼ੈਂਪਲ ਸਾਂਝੀ ਕਰ ਚੁੱਕਾ। ਤੁਸੀਂ ਸੈਮਸੰਗ ਦਾ ਫੋਨ ਲਓ, ਕੱਲ ਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਆ ਜੇ, ਤੁਸੀਂ ਚੁੱਕ ਕੇ ਸੈਮਸੰਗ ਦੇ ਸ਼ੋਅਰੂਮ 'ਤੇ ਲੈ ਜਾਓ ਕਿ ਭਾਈ ਤੂੰ ਗਰੰਟੀ ਦਿੱਤੀ ਆ, ਗੱਲ ਨਹੀਂ ਬਣਦੀ, ਉਹ ਲੈ ਲਏਗਾ, ਵਾਪਸ ਕਰ ਲਏਗਾ, ਰਾਈਟ। ਹੁਣ ਆਈਫੋਨ ਤੁਹਾਡਾ ਖਰਾਬ ਹੋ ਜਾਏ, ਤੁਸੀਂ ਲੈ ਜਾਓ ਸੈਮਸੰਗ ਦੇ, ਕਿਊਮੀ ਦੇ, ਰੈਡਮੀ ਦੇ ਕਿ ਭਾਈ ਸਹੀ ਕਰੋ, ਆਖੂਗਾ ਭਾਈ ਵੈਸੇ ਆਪਾਂ ਫੋਨ ਬਣਾਉਂਦੇ ਹਾਂ, ਸਾਡੇ ਵੀ ਫੋਨ ਚੱਲਦੇ ਨੇ, ਪਰ ਇਹ ਸਾਡੀ ਕੰਪਨੀ ਦਾ ਪ੍ਰੋਡਕਟ ਹੀ ਹੈ ਨਹੀਂ, ਸਾਡਾ ਮਾਲ ਹੀ ਹੈ ਨਹੀਂ, ਅਸੀਂ ਕਿਵੇਂ ਠੀਕ ਕਰ ਸਕਦੇ ਹਾਂ? ਇੱਦਾਂ ਹੀ ਕਹੇਗਾ ਨਾ। ਹੁਣ ਅਸੀਂ ਕਿਸ ਚੀਜ਼, ਕਿਸ ਕੰਪਨੀ ਦੇ ਪ੍ਰੋਡਕਟ ਸੀ? ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਸ ਦੇ ਸੀ। ਤੇ ਕੱਲ ਨੂੰ ਜੇ ਇਹਦੇ ਵਿੱਚ ਪ੍ਰੋਬਲਮ ਆਈ ਹੈ, ਇਸ ਚੀਜ਼ ਵਿੱਚ ਹੋਰਾਂ ਕੋ ਲੈ ਕੇ ਜਾਈਏ, ਸਾਧ ਸੰਗਤ ਜੀ ਬੋਲ ਕੇ ਦੱਸਿਓ ਕਿਹਦੇ ਅੱਗੇ ਦੁਖੜਾ ਰੋਈਏ? ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਸੁਣਨੀ ਵੀ ਉਹਨੇ। ਆਈਫੋਨ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਆਈਫੋਨ ਦੇ ਸ਼ੋਅਰੂਮ 'ਤੇ ਜਾਓ, ਆਖਣਗੇ ਹਾਂ ਅਸੀਂ ਪ੍ਰੋਡਕਟ ਬਣਾਇਆ, ਅਸੀਂ ਇਹਦੀ ਜ਼ਿੰਮੇਵਾਰੀ ਚੁੱਕਦੇ ਹਾਂ, ਦੂਜਾ ਕੋਈ ਨਹੀਂ ਚੁੱਕ ਸਕਦਾ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨਿੱਕੀ। ਇਸ ਕਰਕੇ ਉਹ ਸੁਗੜ ਹੈ, ਸਿਆਣਾ ਹੈ। ਤੇ ਪਾਤਸ਼ਾਹ ਆਖਦੇ ਉਹ ਬੰਦਾ ਹਮੇਸ਼ਾ ਆਪਣੇ ਸਤਿਗੁਰੂ ਨੂੰ ਸਮਰਪਿਤ ਰਹਿੰਦਾ ਹੈ, ਸੁਗੜ ਰਹਿੰਦਾ ਹੈ, ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਜਾਂਦਾ ਹੀ ਨਹੀਂ ਹੈ। ਮੋਹ ਕਟੰਬ ਦਿਸ ਆਵੰਦਾ, ਸਭ ਚੱਲਣ ਹਾਰਾ ਆਵਣ ਜਾਣਾ। ਉਹ ਕਹਿੰਦਾ ਹੈ ਪਾਤਸ਼ਾਹ ਜੀ ਪਿਆਰ ਮੈਂ ਸਾਰਿਆਂ ਨਾਲ ਪਾ ਕੇ ਰੱਖਾਂਗਾ, ਮੋਹ ਮੈਂ ਕਿਸੇ ਨਾਲ ਨਹੀਂ ਕਰਦਾ। ਪਿਆਰ ਮੈਂ ਸਾਰਿਆਂ ਨਾਲ ਕਰਦਾ, ਪਰ ਮੋਹ ਮੈਂ ਕਿਸੇ ਨਾਲ ਨਹੀਂ ਕਰਦਾ, ਕਿਉਂਕਿ ਮੋਹ ਜਕੜ ਲੈਂਦਾ ਹੈ ਬੰਦੇ ਨੂੰ। ਮੋਹ ਦੀ ਛੋਟੀ ਜਿਹੀ ਡੈਫੀਨੇਸ਼ਨ ਦੇਵਾਂ ਮੋਹ ਅਤੇ ਪਿਆਰ ਦੀ, ਇਹਦੇ ਵਾਸਤੇ ਬੜਾ ਲੰਬਾ ਇੱਕ ਸਬਜੈਕਟ ਹੈ। ਛੋਟੀ ਜਿਹੀ ਡੈਫੀਨੇਸ਼ਨ ਹੈ ਮੋਹ। ਭਲਾ ਕਿਹਨੂੰ ਕਹਿੰਦੇ ਸਾਧ ਸੰਗਤ ਜੀ? ਮੋਹ ਕਹਿੰਦੇ ਨੇ ਕਿ ਆਹ ਬੰਦਾ, ਆਹ ਮੇਰਾ ਬੱਚਾ ਹੈ, ਮੇਰੀ ਧੀ ਹੈ, ਜਿੱਦਾਂ ਮੈਂ ਕਹਾਂ ਉੱਦਾਂ ਕਰ, ਇਹ ਹੈ ਮੋਹ। ਜਿੱਦਾਂ ਮੈਂ ਚਲਾਵਾਂ ਉੱਦਾਂ ਚੱਲੇ, ਜਦ ਕਿ ਉਹਦੇ ਵਾਸਤੇ ਰੱਬ ਜੀ ਨੇ ਉਹਦਾ ਸਿਸਟਮ ਹੀ ਵੱਖਰਾ ਤਿਆਰ ਕੀਤਾ। ਪਤਾ ਨਹੀਂ ਉਹਨੂੰ ਕੀ ਪਸੰਦ ਹੈ, ਕੀ ਨਾ ਪਸੰਦ ਹੈ, ਉਹ ਵੱਖਰਾ। ਅਸੀਂ ਆਖੀਏ ਨਹੀਂ ਤੂੰ ਇੱਦਾਂ ਚੱਲ, ਇੱਦਾਂ ਕਰ, ਇਹ ਹੈ ਮੋਹ। ਕਿਉਂਕਿ ਸਾਡਾ ਬੱਚਾ ਹੈ, ਅਸੀਂ ਉਹਨੂੰ ਚਲਾਉਣਾ ਚਾਹੁੰਦੇ ਹਾਂ। ਪਿਆਰ ਭਲਾ ਕੀ ਹੁੰਦਾ ਕਿ ਭਾਈ ਜਿੱਦਾਂ ਦਾ ਤੂੰ ਹੈ ਸਾਨੂੰ ਉੱਦਾਂ ਦਾ ਹੀ ਪ੍ਰਵਾਨ ਹੈ, ਇਹ ਹੈ ਪਿਆਰ। ਮੋਹ ਲੜਾਈ ਪਾਉਂਦਾ ਏ, ਪਿਆਰ ਜਿਹੜਾ ਹੁੰਦਾ ਹੈ ਨਾ ਕਿ ਭਾਈ ਜਿੱਦਾਂ ਦਾ ਤੂੰ ਹੈ, ਜਿੱਦਾਂ ਦਾ ਤੂੰ ਬਣਨਾ ਚਾਹੁੰਦਾ ਬਣ, ਅਸੀਂ ਤੇਰੇ ਨਾਲ, ਇਹ ਹੈ ਪਿਆਰ। ਇਹ ਹੈ ਮੋਹ ਅਤੇ ਪਿਆਰ ਦੀ ਛੋਟੀ ਜਿਹੀ ਡੈਫੀਨੇਸ਼ਨ। ਤੇ ਉਹ ਇਨਸਾਨ ਜਿਹੜਾ ਏ, ਜਿਹੜਾ ਰੱਬ ਜੀ ਵਿੱਚ ਅਭੇਦ ਹੋ ਜਾਂਦਾ ਹੈ, ਉਹ ਇਸ ਚੀਜ਼ ਤੋਂ ਉੱਪਰ ਲੰਘ ਜਾਂਦਾ। ਕਹਿੰਦੇ ਮੈਨੂੰ ਕਿਸੇ ਨਾਲ ਮੋਹ ਨਹੀਂ, ਜਿੱਦਾਂ ਦਾ ਕੋਈ ਕਰ ਰਿਹਾ ਪ੍ਰਵਾਨ ਹੈ, ਜਿੱਦਾਂ ਦਾ। ਮੋਹ ਕਟੰਬ ਦਿਸ ਆਵੰਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਬਿਨ ਸੱਚੇ ਹੋਰ ਤਿਤ ਚਿੱਤ ਲਾਏਂਦੇ। ਜਿਹੜੇ ਰੱਬ ਨੂੰ ਛੱਡ ਕੇ ਭਾਈ ਹੋਰਾਂ ਵਾਲੇ ਪਾਸੇ ਚਿੱਤ ਲਾ ਕੇ ਬੈਠੇ ਨੇ, ਸੇ ਕੂੜਿਆਰ ਕੂੜਾ ਤਿੰਨ ਮਾਣਾ। ਕੂੜਿਆਰ ਕਹਿੰਦੇ ਨੇ ਝੂਠੇ, ਮਾੜੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਖਦੇ ਜਿਨ੍ਹਾਂ ਨੇ ਚਿੱਤ ਹੈ, ਤੇ ਇੱਕ ਹੀ ਚਿੱਤ ਹੈ ਬੰਦੇ ਕੋਲ, ਇੱਕੋ ਹੀ ਹੈ, ਤੇ ਉਹ ਵੀ ਲਾ ਕੇ ਬੈਠੇ ਪੁੱਠੇ ਪਾਸੇ, ਮਾੜੇ ਪਾਸੇ। ਤੇ ਮਹਾਰਾਜ ਆਖਦੇ ਨੇ ਲਾਇਆ ਹੀ ਜੇ ਕੂੜ ਚ ਹੈ ਤੇ ਆਊਗਾ ਵੀ ਜ਼ਿੰਦਗੀ ਵਿੱਚ। ਬੋਲੋ ਜੀ, ਕੂੜ ਹੀ ਹੈ, ਸੱਚ ਨਹੀਂ ਆ ਸਕਦਾ। ਆਉਣਾ ਵੀ ਕੂੜ ਹੀ ਹੈ, ਐਂਟਰੀ ਵੀ ਕੂੜ ਨੇ ਹੀ ਮਾਰਨੀ ਹੈ ਅੰਦਰ, ਸੱਚ ਨੇ ਨਹੀਂ ਮਾਰਨੀ, ਕਿਉਂਕਿ ਚਿੱਤ ਉੱਥੇ ਲੱਗਾ। ਵੈਸੇ ਇੱਕ ਕਿਤਾਬ ਹੈ ਦਾ ਪਾਵਰ ਆਫ ਸਬ ਕੌਨਸ਼ੀਅਸ ਮਾਈਂਡ। ਚਿੱਤ ਵਾਲੇ ਵਿਸ਼ੇ ਤੇ ਜੇਕਰ ਕਿਸੇ ਨੇ PhD ਕੀਤੀ ਹੈ, ਉਸ ਬੰਦੇ ਨੇ ਕੀਤੀ, ਕਦੀ ਕਿਤਾਬ ਲਿਆ ਕੇ ਪੜ੍ਹਿਓ ਕਿ ਤੁਹਾਡਾ ਸਬ ਕੌਨਸ਼ੀਅਸ ਮਾਈਂਡ ਕਿਵੇਂ ਕੰਮ ਕਰਦਾ ਹੈ, ਕਿਹੜੀ ਚੀਜ਼ ਅੰਦਰ ਜਾਂਦੀ ਹੈ। ਡਿਲੀਟ ਦਾ ਆਪਸ਼ਨ ਨਹੀਂ ਹੈ ਸਾਧ ਸੰਗਤ ਜੀ ਇੱਥੇ, ਰਿਪਲੇਸਮੈਂਟ ਦਾ ਆਪਸ਼ਨ ਨਹੀਂ ਹੈ ਇੱਥੇ, ਦੋਨੇ ਆਪਸ਼ਨਾਂ ਨਹੀਂ ਦਿੱਤੀਆਂ। ਤੁਸੀਂ ਰਿਪਲੇਸ ਕਰ ਲਓ, ਤੁਸੀਂ ਡਿਲੀਟ ਕਰ ਲਓ, ਨਹੀਂ, ਜਿਹੜੀ ਚੀਜ਼ ਅੰਦਰ ਗਈ
ਬਾਹਰ ਨਹੀਂ ਆ ਸਕਦੀ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿਹੜੀ ਚੀਜ਼ ਅੰਦਰ ਲਾਉਣੀ। ਤੇ ਅਖੀਰ ਦੇ ਵਿੱਚ ਮਹਾਰਾਜ ਆਖਦੇ ਨਾਨਕ ਸੱਚ ਧਿਆਏ ਤੂੰ। ਹੇ ਭਾਈ, ਆ ਜਿਹੜੇ ਬੰਦਿਆਂ ਨੇ ਸੱਚ ਧਿਆਲਿਆ ਉਹਨਾਂ ਨੇ ਤੇ ਆਖ ਦਿੱਤਾ ਕਿ ਪਾਤਸ਼ਾਹ ਤੂੰ ਗੰਮ ਹੈ, ਤੂੰ ਉੱਚਾ ਹੈ, ਤੂੰ ਸੁੱਚਾ ਹੈ, ਅਸੀਂ ਮੋਹ ਨਾਲੋਂ ਤੋੜ ਲਿਆ, ਇਸ ਕਰਕੇ ਤੂੰ ਵੀ ਆ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੋਏ ਅਜਾਣਾ। ਤੂੰ ਵੀ ਸੱਚ ਨਾਲ ਜੁੜ, ਆਪਣੇ ਗੁਰੂ ਨਾਲ ਜੁੜ। ਜੁੜ ਕੇ ਸੱਚ ਨਾਲ ਜੁੜੇਗਾ, ਤੇਰਾ ਜ਼ਿੰਦਗੀ ਸੱਚ, ਤੇਰਾ ਅੰਦਰ ਬਾਹਰ ਸੱਚ, ਤੇਰਾ ਕਾਰ ਵਿਹਾਰ ਸੱਚ, ਤੇਰਾ ਮਨ ਸੱਚ, ਹਰ ਇੱਕ ਚੀਜ਼ ਸੱਚ ਵਿੱਚ ਪਰੋਈ ਜਾਊ ਜਦੋਂ ਤੂੰ ਸੱਚੇ ਨਾਲ ਜੁੜੇਗਾ। ਤਾਂ ਜਦੋਂ ਤੂੰ ਕੂੜ ਨਾਲ ਜੁੜਿਆ, ਤੇਰੇ ਵਿਹਾਰ 'ਚ ਕੂੜ, ਤੇਰੇ ਕੰਮ 'ਚ ਕੂੜ, ਤੇਰੇ ਮਨ 'ਚ ਕੂੜ, ਤੇਰੀ ਮੈਂਟੈਲਿਟੀ 'ਚ ਕੂੜ, ਹਰ ਜਗ੍ਹਾ ਕੂੜ ਹੀ ਕੂੜ ਭਰਮਾਰ ਹੋਵੇਗੀ। ਸੱਚ ਨਾਂ ਦੀ ਕੋਈ ਚੀਜ਼ ਨਹੀਂ। ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਅਸੀਂ ਵੀ ਸੋਨੇ ਵਰਗੇ ਬਣਨਾ ਚਾਹੁੰਦੇ ਹਾਂ, ਅਸੀਂ ਵੀ ਸੱਚ ਵਰਗਾ ਜੀਵਨ ਜਿਉਣਾ ਚਾਹੁੰਦੇ। ਕਰੋ ਸਾਡੇ 'ਤੇ ਕਿਰਪਾ ਕਰ, ਕਿਰਪਾ ਵਰਸੋ ਮੇਰੇ ਹੀਰੇ ਹੋਏ ਸਹਾਈ। ਆਪ ਦੀਆਂ ਅਸੀਸਾਂ ਸਾਨੂੰ ਬਖਸ਼ਿਸ਼ ਕਰੋ। ਕਿਰਪਾ ਕਰਕੇ ਤਰਸ ਪਿਆ ਮੈਂ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਮਹਾਰਾਜ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਆਪਣੇ ਨਾਲ ਜੋੜ ਲਓ। ਤੁਹਾਡਾ ਆਪਣੇ ਨਾਲ ਜੋੜਿਆ ਸਾਡੇ ਵਾਰੇ ਨਿਆਰੇ ਕਰ ਦੇਵੇਗਾ, ਸਾਡਾ ਸਾਰਾ ਕੁਝ ਸਬਰ ਜਾਵੇਗਾ। ਸਤਿਗੁਰ ਮਹਾਰਾਜ ਕਿਰਪਾ ਕਰਨ। ਸ਼ੁਕਰਾਨੇ ਪਾਤਸ਼ਾਹ ਦੇ ਜਿਨ੍ਹਾਂ ਦੀ ਪਾਵਨ ਗੋਦ ਵਿੱਚ ਵਿਚਾਰਾਂ ਸਰਵਣ ਕੀਤੀਆਂ। ਮਹਾਰਾਜ ਕਿਰਪਾ ਕਰਨ, ਸਭਨਾਂ ਦੀਆਂ ਦਰ 'ਤੇ ਹਾਜ਼ਰੀਆਂ ਕਬੂਲ ਫਰਮਾਉਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।